ਅੱਜ ਫਿਰ ਆਪਾਂ ਕਰਮ ਦੀ ਗੱਲ ਕਰਦੇ ਹਾਂ। ਕਰਮ ਕਿੱਦਾਂ ਬਣਦਾ ਆ। ਔਰ ਤਾਂ ਹੀ ਕਹਿੰਦੇ ਸੰਤ ਮਹਾਂਪੁਰਸ਼ ਫਕੀਰ ਕਹਿੰਦੇ ਆ ਕਿ ਦਾਨ ਵੀ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ। ਦੂਜੀ ਗੱਲ ਕਿ ਸਾਡੇ ਦਾਨ ਗਲਤ ਤਰੀਕੇ ਕੀਤਾ ਹੋਇਆ ਵੀ ਸਾਡਾ ਉਹ ਕਰਮ ਬਣ ਜਾਂਦਾ ਜਿਹਦਾ ਸਾਨੂੰ ਭੁਗਤਾਨ ਕਰਨਾ ਪੈਂਦਾ ਆ। ਠੀਕ ਹੈ ਨਾ। ਔਰ ਇੱਕ ਉਦਾਹਰਨ ਤੁਹਾਨੂੰ ਦੇ ਰਿਹਾ, ਦੇਖੀ ਧਿਆਨ। ਆ ਦੇਖੋ ਕੀੜਿਆਂ ਦਾ ਘੋਨਾ। ਠੀਕ ਹੈ ਨਾ। ਇਹ ਕੀੜਿਆਂ ਦਾ ਘੋਨਾ, ਇਹ ਕੀੜਿਆਂ ਦੇ ਘੋਨ ਤੇ ਆਪਾਂ ਪੰਡਤਾਂ ਦੇ ਕਹੇ ਤੇ ਜੋਸ਼ੀਆਂ ਦੇ ਕਹੇ ਤੇ ਆਪਾਂ ਇੱਥੇ ਤਿਲ ਪਾਉਂਦੇ ਆ, ਜਾਂ ਚਾਵਲ ਪਾਉਂਦੇ ਆ, ਜਾਂ ਸ਼ੱਕਰ ਪਾਉਂਦੇ ਆ, ਜਾਂ ਕੋਈ ਮਿੱਠੀ ਚੀਜ਼ ਪਾਉਂਦੇ ਆ। ਆਪਣੇ ਵੱਲੋਂ ਤਾਂ ਅਸੀਂ ਅੱਛਾ ਕਰਮ ਕਰਦੇ ਆ ਕਿ ਬੇਜਵਾਨਾਂ ਦੀ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਆ, ਪਰ ਆਪਣੇ ਵੱਲੋਂ ਤਾਂ ਅਸੀਂ ਸਹੀ ਕਰਦੇ ਆ, ਪਰ ਕਿਤੇ ਸਾਡੇ ਵੱਲੋਂ ਸਹੀ ਕਰਮ ਕੀਤਾ ਵੀ ਗਲਤ ਬਣ ਜਾਂਦਾ, ਜਿਹਦਾ ਭੁਗਤਾਨ ਕਿਹਨੂੰ ਕਰਨਾ ਪੈਂਦਾ? ਆਪਾਂ ਨੂੰ ਹੀ ਕਰਨਾ ਪੈਣਾ। ਤੇ ਇਸ ਕਰਕੇ ਬੜਾ ਸੋਚ ਸਮਝ ਕੇ ਅੱਛੇ ਕਰਮ ਕਰਿਆ ਕਰੋ, ਦਾਨ ਪੁੰਨ ਕਰਿਆ ਕਰੋ, ਹੈਨਾ। ਦਾਨ ਦੇਣਾ ਵੀ ਬੜੇ ਤਰੀਕੇ ਨਾਲ ਦਿੱਤਾ ਜਾਂਦਾ। ਜਿਸ ਤਰ੍ਹਾਂ ਇਹ ਕਾਨਣ, ਇਹ ਕੀੜੇ ਨੇ, ਆ ਕੀੜੇ ਰਸਤੇ ਜਾ ਰਹੇ ਆ, ਅਸੀਂ ਆਪਣੇ ਵੱਲੋਂ ਇਹਨਾਂ ਨੂੰ ਕੁਝ ਨਾ ਕੁਝ ਚੀਜ਼ ਪਾ ਰਹੇ ਆ। ਠੀਕ ਹੈ ਨਾ। ਪਰ ਇਹ ਰਸਤੇ 'ਚ ਲੋਕੀ ਇੱਥੋਂ ਲੰਘਦੇ ਆਉਂਦੇ ਆ, ਜਾਂਦੇ ਆ। ਅਸੀਂ ਆਪਣੇ ਵੱਲੋਂ ਤਾਂ ਕਰਤਾ ਕਿ ਦਾਨ ਆਪਾਂ ਕਰ ਦਿੱਤਾ, ਪੁੰਨ ਦਾ ਕੰਮ ਕਰ ਦਿੱਤਾ। ਇਹਨਾਂ ਨੂੰ ਚਾਵਲ ਪਾਤੇ, ਮਿੱਠੀ ਕੋਈ ਚੀਜ਼ ਪਾਤੀ, ਗੁੜ ਪਾਤਾ, ਖੰਡ ਪਾਤੀ, ਆਪਣੇ ਵੱਲੋਂ ਅੱਛਾ ਕਰਮ ਕੀਤਾ। ਪਰ ਇਹ ਰਸਤਾ ਆਉਣ ਜਾਣ ਦਾ ਰਸਤਾ ਹੈ। ਠੀਕ ਹੈ ਨਾ। ਹੁਣ ਇੱਥੋਂ ਜਿਨ੍ਹਾਂ ਨੇ ਲੰਘਣਾ ਉਹਨਾਂ ਥੱਲੇ ਮਰਨੇ ਆ ਕੇ ਮਰਨੇ ਆ। ਇਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਕਰਨਾ ਪੈਣਾ। ਠੀਕ ਹੈ ਨਾ। ਕਿਉਂਕਿ ਤੁਹਾਡੇ ਕਰਕੇ ਇਹ ਕੰਡੇ ਜਿਹੜੇ ਕੀੜੇ ਨੇ ਇਹ ਬਾਹਰ ਇੱਥੇ ਘੁੰਮਦੇ ਪਏ ਨੇ, ਔਰ ਲੋਕਾਂ ਦੇ ਆਂਦੇ ਜਾਂਦੇ, ਲੋਕਾਂ ਦੇ ਪੈਰਾਂ ਥੱਲੇ ਆਉਂਦੇ ਨੇ। ਇਹ ਤੁਹਾਡਾ ਇੱਕ ਕਰਮ ਬਣ ਗਿਆ ਜਿਹਦਾ ਭੁਗਤਾਨ ਕਿਹਨੂੰ ਕਰਨਾ? ਮੈਂ ਤੁਹਾਨੂੰ ਹੀ ਕਰਨਾ ਪੈਣਾ। ਇਸ ਕਰਕੇ ਕਦੇ ਵੀ ਤੁਸੀਂ ਕੀੜਿਆਂ ਨੂੰ ਜਾਂ ਕੀੜੀਆਂ ਨੂੰ ਘੁੰਨ ਤੇ ਕੋਈ ਵੀ ਚੀਜ਼ ਪਾਣੀ ਆ, ਸ਼ੱਕਰ ਪਾਣੀ ਆ, ਖੰਡ ਪਾਣੀ ਆ, ਗੁੜ ਪਾਣਾ ਜਾਂ ਚਾਵਲ ਪਾਣੇ ਆ, ਤਾਂ ਬਿਲਕੁਲ ਇੱਕ ਸਾਈਡ ਤੇ ਪਾਇਆ ਕਰੋ। ਜਿਹਦੇ ਰਸਤੇ ਨਹੀਂ ਪਾਣਾ ਆਪਾਂ, ਇਹਨੂੰ ਬਿਲਕੁਲ ਸਾਈਡ ਤੇ ਪਾਣਾ। ਠੀਕ ਹੈ, ਕਿਨਾਰੇ ਤੇ ਪੈਣਾ। ਫਿਰ ਇਹ ਸਾਡਾ ਕਰਮ ਲੇਖੇ ਲੱਗਣਾ ਆ। ਨਹੀਂ ਤਾਂ ਆਪਣੇ ਵੱਲੋਂ ਤਾਂ ਅਸੀਂ ਅੱਛਾ ਕਰਮ ਕਰਦੇ ਆ, ਹਨਾ, ਕੀੜਿਆਂ ਨੂੰ ਕੁਝ ਖਾਣ ਨਹੀਂ ਦੇ ਰਹੇ ਆ, ਬੇਜਵਾਨੀ ਦੀ ਸੇਵਾ ਕਰਦੇ ਆ। ਠੀਕ ਹੈ ਨਾ। ਪਰ ਸਾਡੇ ਵੱਲੋਂ ਕੀਤਾ ਕਰਮ ਕਿਤੇ ਗਲਤ ਪੈ ਜਾਂਦਾ। ਠੀਕ ਹੈ ਨਾ। ਔਰ ਇਸ ਕਰਕੇ ਕਦੇ ਵੀ ਰਾਸਤੇ ਦੇ ਵਿੱਚ ਕਦੇ ਨਹੀਂ ਤੁਸੀਂ ਕੀੜਿਆਂ ਨੂੰ ਕੋਈ ਚੀਜ਼ ਪਾਣੀ, ਕੋਈ ਸ਼ੱਕਰ ਪਾਣੀ, ਕੋਈ ਵੀ ਚੀਜ਼ ਕੀੜਿਆਂ ਨੂੰ ਰਾਸਤੇ ਵਿੱਚ ਨਹੀਂ ਪਾਣੀ। ਸਾਈਡ ਤੇ ਹੋਣ ਤਾਂ ਵਧੀਆ ਗੱਲ ਆ, ਜਾਂ ਰਾਤ ਨੂੰ ਸ਼ਾਮ ਵੇਲੇ ਪਾ ਦਿਆ ਕਰੋ। ਠੀਕ ਹੈ ਨਾ। ਔਰ ਇਹਨਾਂ ਨੂੰ ਬਾਹਰ ਦੇਖ ਕੇ ਪੰਛੀ ਇਹਨਾਂ ਨੂੰ ਖਾਂਦੇ ਨੇ। ਠੀਕ ਹੈ ਨਾ। ਉਹ ਤੁਹਾਡੇ ਦਿੱਤੇ ਹੋਏ ਦਾਨ ਦੇ ਕਾਰਨ ਇਹ ਆਪਣੀ ਖੁੱਡ ਚੋਂ ਬਾਹਰ ਆਉਂਦੇ ਨੇ। ਠੀਕ ਹੈ ਨਾ। ਔਰ ਪੰਛੀ ਇਹਨਾਂ ਨੂੰ ਦੇਖ ਕੇ ਖਾਂਦੇ ਨੇ। ਇਹਦਾ ਭੁਗਤਾਨ ਕਿਹਨੂੰ ਕਰਨਾ ਪੈਣਾ? ਤੁਹਾਨੂੰ ਕਰਨਾ ਪੈਣਾ। ਤੇ ਇਸ ਕਰਕੇ ਜਿਹੜੇ ਕੀੜਿਆਂ ਨੂੰ ਤੁਸੀਂ ਦਾਨ ਪੁੰਨ ਕਰਦੇ ਹੋ ਬਿਲਕੁਲ ਸਾਈਡ ਤੇ ਪਾ ਦਿਆ ਕਰੋ। ਔਰ ਹੋ ਸਕੇ ਤੇ ਸ਼ਾਮ ਵੇਲੇ ਸੂਰਜ ਡੁੱਬਣ ਲੱਗਦਾ ਉਸ ਵੇਲੇ ਪਾ ਦਿਆ ਕਰੋ। ਵਧੀਆ ਗੱਲ ਹੈ ਕਿ ਸਾਰੀ ਰਾਤ ਇਹ ਖਾਂਦੇ ਰਹਿਣ। ਠੀਕ ਹੈ ਨਾ। ਇਸੇ ਤਰ੍ਹਾਂ ਸਾਨੂੰ ਛੋਟੀ ਛੋਟੀਆਂ ਗੱਲਾਂ ਇਹ ਸਮਝਣੀਆਂ ਚਾਹੀਦੀਆਂ, ਕਿਉਂਕਿ ਆਪਾਂ ਇਨਸਾਨ ਆ। ਪਰਮਾਤਮਾ ਨੇ ਸਾਨੂੰ ਮਾਲਕ ਬਣਾ ਕੇ ਭੇਜਿਆ, ਇਸ ਸੰਸਾਰ 'ਚ ਬਾਦਸ਼ਾਹ ਬਣਾ ਕੇ ਭੇਜਿਆ। ਠੀਕ ਹੈ ਨਾ। ਅਸੀਂ ਬਾਦਸ਼ਾਹ ਬਣ ਕੇ ਰਹਿਣਾ, ਔਰ ਇਹਨਾਂ ਬੇਜਵਾਨੇ ਦੀ ਵੀ ਸੇਵਾ ਕਰਨੀ ਆ। ਅੱਛੀ ਗੱਲ ਹੈ, ਦਾਨ ਪੁੰਨ ਕਰਨਾ ਚਾਹੀਦਾ। ਠੀਕ ਹੈ ਨਾ। ਕਿਉਂਕਿ ਸਾਡੀ ਫਰਿਆਦ ਨਾਲੋਂ ਪਹਿਲਾਂ ਫਰਿਆਦ ਪਰਮਾਤਮਾ ਇਹਨਾਂ ਦੀ ਸੁਣਦਾ। ਜੇ ਅਸੀਂ ਇਹਨਾਂ ਦਾ ਖਿਆਲ ਰੱਖਾਂਗੇ, ਆਪਣੀ ਕੁਦਰਤ ਦਾ ਖਿਆਲ ਰੱਖਾਂਗੇ, ਜੀਵ ਜੰਤੂਆਂ ਦਾ ਖਿਆਲ ਰੱਖਾਂਗੇ, ਪੰਛੀਆਂ ਦਾ ਖਿਆਲ ਰੱਖਾਂਗੇ, ਤੇ ਸਾਡੇ ਲਈ ਬੇਨਤੀ ਅਰਦਾਸ ਕਰਦੇ ਆ, ਪਰਮਾਤਮਾ ਅੱਗੇ ਦੁਆ ਬੇਨਤੀ ਕਰਦੇ ਕਿ ਪ੍ਰਭੂ ਇਹਨਾਂ ਨੇ ਅੱਜ ਮੈਨੂੰ ਰਿਜ਼ਕ ਦਿੱਤਾ, ਤੁਸੀਂ ਇਹਨਾਂ ਨੂੰ ਵੀ ਰਿਜ਼ਕ ਦਿਓ। ਇਹਨਾਂ ਨੇ ਅੱਜ ਮੇਰਾ ਪੇਟ ਭਰਿਆ, ਤੁਸੀਂ ਕਿਰਪਾ ਕਰੋ ਕਿ ਇਹਨਾਂ ਨੂੰ ਵੀ ਇੰਨਾ ਰਿਜ਼ਕ ਦਿਓ ਕਿ ਇਹ ਮੈਨੂੰ ਇਹਦਾ ਵੱਧ ਤੋਂ ਵੱਧ ਮੈਨੂੰ ਦਾਨ ਪੁੰਨ ਕਰ ਸਕੇ। ਠੀਕ ਹੈ ਨਾ। ਇਸ ਕਰਕੇ ਤੁਸੀਂ ਕਦੇ ਵੀ ਦਾਨ ਪੁੰਨ ਕਰਨਾ ਬਿਲਕੁਲ ਸਾਈਡ ਤੇ ਕਿਨਾਰੇ ਰੱਖ ਕੇ ਪਾਣਾ, ਕਿ ਤੁਹਾਡੇ ਕਰਮ ਲੇਖੇ ਲੱਗ ਜਾਵੇ, ਕਿਤੇ ਇਹਨਾਂ ਵੀ ਭੁਗਤਾਨ ਤੁਹਾਨੂੰ ਇਹਦਾ ਉਲਟ ਕਰਨਾ ਪਵੇ। ਠੀਕ ਆ। ਦੂਸਰੀ ਗੱਲ ਇਹ ਕਿ ਅਸੀਂ ਕਰਜ਼ੇ ਚੱਕ ਲੈਂਦੇ ਆ ਆਪਣੇ ਸਵਾਰਥ ਲਈ, ਆਪਣੀ ਜ਼ਰੂਰਤਾਂ ਵਾਸਤੇ। ਠੀਕ ਹੈ ਨਾ। ਕਰਜ਼ੇ ਜੇ ਆਪਾਂ ਲਿੱਤੇ ਉਹਨੂੰ ਆਪਾਂ ਹੀ ਤਾਰਨਾ ਆ।
ਕਿਸੇ ਦੂਸਰੇ ਬੰਦੇ ਨਹੀਂ ਤਾਰਨਾ। ਉਹ ਤਾਰਾਂਗੇ ਕਿਦਾਂ? ਜੇ ਆਪਾਂ ਕੰਮ ਕਰਾਂਗੇ, ਮਿਹਨਤ ਕਰਾਂਗੇ, 10 ਦੀ ਕਿਰਤ ਕਰਾਂਗੇ, ਠੀਕ ਹੈ ਨਾ। ਕੰਮ ਕਰਾਂਗੇ, ਆਪਾਂ ਨੂੰ ਪੈਸੇ ਆਉਣਗੇ, ਪੈਸੇ ਨਾਲ ਆਪਣੇ ਕੀ ਕਰਜ਼ੇ ਉਤਰਨਗੇ। ਇਹ ਕੰਮਾਂ ਨਾਲ ਕਰਜ਼ੇ ਨਹੀਂ ਉਤਰਦੇ। ਹਾਂ, ਇੱਕ ਤਰੀਕਾ ਬਹੁਤ ਵਧੀਆ, ਜੇ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਹਾਂ, ਇਹਨਾਂ ਨੂੰ ਦਾਨ ਪੁੰਨ ਕਰਦੇ ਹਾਂ, ਕੀੜਿਆਂ ਨੂੰ, ਪੰਛੀਆਂ ਨੂੰ, ਜੀਵ ਜੰਤੂਆਂ ਨੂੰ ਕੁਛ ਨਾ ਕੁਛ ਖਾਣ ਲਈ ਦਿੰਦੇ ਹਾਂ, ਇਹਨਾਂ ਦੇ ਪੇਟ ਦਾ ਖਿਆਲ ਰੱਖਦੇ ਹਾਂ, ਤਾਂ ਇਹ ਸਾਡੇ ਲਈ ਪ੍ਰਮਾਤਮਾ ਦੇ ਅੱਗੇ ਦੁਆ ਬੇਨਤੀ ਕਰਦੇ ਆ। ਇਹ ਕਹਿੰਦੇ ਕਿ ਪ੍ਰਮਾਤਮਾ, ਇਹਨਾਂ ਨੇ ਮੇਰੀ ਪੇਟ ਪਾਲਿਆ, ਤੁਸੀਂ ਕਿਰਪਾ ਕਰੋ, ਇਹਨਾਂ ਨੂੰ ਰਿਜ਼ਕ ਦਿਓ ਕਿ ਵੱਧ ਤੋਂ ਵੱਧ ਇਹ ਮੈਨੂੰ ਸਾਡੀ ਵੀ ਸੇਵਾ ਹੀ ਕਰਦੇ ਰਹਿਣ, ਠੀਕ ਆ। ਔਰ ਇਹਨਾਂ ਦੀ ਦੁਆ ਬੇਨਤੀ ਨਾਲ ਸਾਡੇ ਕਾਰੋਬਾਰ ਚੱਲਦਾ ਹੈ। ਜਦੋਂ ਕਾਰੋਬਾਰ ਚੱਲਦਾ, ਸਾਨੂੰ 4 ਪੈਸੇ ਆਉਂਦੇ ਆ, ਠੀਕ ਹੈ ਨਾ। ਜੋ 4 ਪੈਸੇ ਆਉਂਦੇ, ਅਸੀਂ ਜਿਹੜੀ ਦੇਣਦਾਰੀ ਹੁੰਦੀ ਸਾਡੀ ਉਤਰਦੀ ਆ। ਇਹ ਤਰੀਕਾ ਇਦਾਂ ਆ। ਇਹ ਥੋੜੀ ਹੈ ਕਿ ਅਸੀਂ ਦਾਨ ਪੁੰਨ ਕਰਦੇ ਸਾਡੇ ਕਰਜ਼ੇ ਉਤਰ ਜਾਣਗੇ। ਇਦਾਂ ਕਰਜ਼ੇ ਨਹੀਂ ਉਤਰਨੇ। ਇਹ ਬਹੁਤ ਵੱਡੇ ਮਨ ਦੇ ਭੁਲੇਖੇ ਆ, ਠੀਕ ਹੈ ਨਾ। ਆਪਾਂ ਕਿਸੇ ਕੋਲ ਚੀਜ਼ ਲਿੱਤੀ ਆ ਤੇ ਸਾਨੂੰ ਹੀ ਵਾਪਸ ਕਰਨੀ ਪੈਣੀ ਹੈ। ਪੈਸੇ ਦਾ ਕੰਮ ਪੈਸੇ ਨਾਲ ਹੀ ਹੋਣਾ ਹੈ, ਠੀਕ ਹੈ ਨਾ। ਉਹ ਗੱਲਾਂ ਬਾਤਾਂ ਨਾਲ ਨਹੀਂ ਹੋਣ ਵਾਲਾ। ਤੇ ਇਸ ਕਰਕੇ ਛੋਟੇ ਛੋਟੇ ਕਰਮ ਨੇ ਜਾਂ ਇਹ ਦਾਨ ਪੁੰਨ ਆਪਾਂ ਕਰਦੇ ਆ, ਤੇ ਇਸ ਤਰੀਕੇ ਕਰੋ ਕਿ ਉਹ ਆਪਾਂ ਨੂੰ ਉਹਦਾ ਫਾਇਦਾ ਹੋਵੇ, ਨੁਕਸਾਨ ਨਾ ਹੋਵੇ, ਠੀਕ ਹੈ ਨਾ। ਜਦੋਂ ਅਸੀਂ ਰਾਸਤੇ 'ਚ ਚੀਜ਼ਾਂ ਪਾਉਂਦੇ ਆ, ਕੀੜੇ ਮੁਕੜੇ ਕੋਈ ਚੀਜ਼ ਪਾਉਂਦੇ ਆ, ਤਾਂ ਇਹ ਰਾਸਤਾ ਆ। ਕਈ ਲੋਕ ਇੱਥੋਂ ਆਉਂਦੇ ਜਾਂਦੇ ਨੇ ਔਰ ਉਹਨਾਂ ਦੇ ਪੈਰਾਂ ਥੱਲੇ ਆਉਂਦੇ ਨੇ, ਠੀਕ ਹੈ ਨਾ। ਇਹ ਅਸੀਂ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਆ ਕਿ ਸਾਨੂੰ ਇਹਦਾ ਭੁਗਤਾਨ ਕਰਨਾ ਪੈਂਦਾ, ਠੀਕ ਹੈ ਨਾ। ਅਸੀਂ ਤਾਂ ਆਪਣੇ ਵੱਲ ਫਾਇਦਾ ਕੀਤਾ, ਪਰ ਸਾਡੇ ਲਈ ਉਲਟ ਗਲਤ ਹੋ ਗਿਆ, ਨੁਕਸਾਨ ਹੋ ਗਿਆ ਸਾਡਾ। ਤੇ ਇਸ ਕਰਕੇ ਦਾਨ ਪੁੰਨ ਵੀ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ। ਰਾਸਤੇ ਜਾ ਰਹੇ ਕੋਈ ਭਿਖਾਰੀ ਮਿਲਦਾ ਆ, ਠੀਕ ਹੈ ਨਾ, ਉਹਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਉਹਨੂੰ ਕੁਛ ਨਾ ਕੁਛ ਖਾਣ ਵਾਲੀ ਚੀਜ਼ ਦੇ ਦਿਆ ਕਰੋ, ਠੀਕ ਹੈ ਨਾ। ਉਹ ਵਧੀਆ, ਉਹ ਲੇਖੇ ਲੱਗ ਜਾਊਗਾ ਤੁਹਾਡੇ। ਜੇ ਤੁਸੀਂ ਪੈਸੇ ਦਿੱਤਾ, ਉਹਨੇ ਤੁਹਾਡੇ ਪੈਸੇ ਦਾ ਕਦੇ ਦਾਰੂ ਪੀ ਲਈ ਜਾਂ ਕੋਈ ਮੀਟ ਖਾ ਲਿਆ, ਕੋਈ ਗਲਤ ਕਰਮ ਕਰ ਲਿਆ, ਨਸ਼ਾ ਕਰ ਲਿਆ, ਤਾਂ ਉਹਦਾ ਭੁਗਤਾਨ ਵੀ ਤੁਹਾਨੂੰ ਕਰਨਾ ਪੈਣਾ। ਉਹ ਤੁਹਾਡੇ ਕਰਮ ਤੁਹਾਡੇ ਲੇਖੇ ਲੱਗ ਗਿਆ, ਠੀਕ ਹੈ ਨਾ। ਇਸ ਕਰਕੇ ਸੋਚ ਸਮਝ ਕੇ ਦਾਨ ਕਰਨਾ ਹਮੇਸ਼ਾ ਵੀ, ਕਿ ਔਰ ਕਿਸੇ ਭਿਖਾਰੀ ਨੂੰ ਕਿਸੇ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਠੀਕ ਆ। ਮੰਗਣ ਵਾਲੇ ਆਉਂਦੇ, ਉਹਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ। ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦੇ ਦਿਓ, ਠੀਕ ਹੈ ਨਾ। ਰੋਟੀ ਦੇ ਦਿਓ, ਫਲ ਫਰੂਟ ਦੇ ਦਿਓ, ਹੈ ਨਾ, ਕੱਪੜਾ ਦੇ ਦਿਓ, ਕੋਈ ਨਾ ਕੋਈ ਚੀਜ਼ ਦੇ ਦਿਓ, ਪਰ ਉਸ ਨੂੰ ਪੈਸੇ ਨਾ ਦਿਓ, ਠੀਕ ਹੈ ਨਾ। ਇਹ ਵੀ ਆਪਣੇ ਕਰਮ ਗਲਤ ਬਣ ਜਾਂਦੇ ਆ। ਅਗਲਾ ਬੰਦਾ, ਅਸੀਂ ਆਪਣੇ ਵੱਲੋਂ ਅੱਛਾ ਕਰਮ ਕਰਦੇ ਆ, ਦਾਨ ਕੀਤਾ, ਠੀਕ ਹੈ ਨਾ, ਪਰ ਉਹ ਜਾ ਕੇ ਦਾਰੂ ਪੀ ਲਈ ਜਾਂ ਨਸ਼ੇ ਕਰ ਲਏ ਜਾਂ ਕੋਈ ਜੂਆ ਖੇਡ ਲਿਆ, ਉਹ ਸਾਡਾ ਕਰਮ ਬਣ ਜਾਣਾ। ਛੋਟੀ ਛੋਟੀਆਂ ਗੱਲਾਂ ਇਹ ਸਮਝਿਆ ਕਰੋ। ਇਹ ਜਿਹੜਾ ਭਗਤੀ ਦੇ ਰਾਸਤੇ ਜਿਹੜਾ ਚੱਲਦਾ ਇਨਸਾਨ, ਪ੍ਰਭੂ ਦੇ ਰਾਸਤੇ ਚੱਲਦਾ, ਉਹਨੂੰ ਤਾਂ ਪੈਰ ਪੈਰ ਤੇ ਸੋਚ ਸਮਝ ਕੇ ਚੱਲਣਾ ਪੈਂਦਾ ਹੈ, ਠੀਕ ਹੈ ਨਾ। ਕਿਤੇ ਕਰਕੇ ਉਹਦੇ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ, ਠੀਕ ਹੈ ਨਾ। ਇਹ ਮਨਮੁਖ ਵਾਲੇ ਗੱਲਾਂ ਸਮਝਣ ਵਾਲੀਆਂ ਨਹੀਂ ਹੈਗੀਆਂ। ਇਹ ਗੁਰਮੁਖ ਜਿਹੜੇ ਭਗਤੀ ਕਰਦੇ ਆ, ਪ੍ਰਭੂ ਨਾਲ ਜੁੜੇ ਆ, ਪ੍ਰਭੂ ਨਾਲ ਪ੍ਰੇਮ ਕਰਦੇ ਆ, ਪਰਮਾਤਮਾ ਨੂੰ ਪ੍ਰੇਮ ਕਰਦੇ ਆ, ਉਹ ਇਹਨਾਂ ਗੱਲਾਂ ਨੂੰ ਸਮਝ ਸਕਦੇ ਆ। ਮਨਮੁਖ ਲੋਕ ਇਹ ਗੱਲਾਂ ਨੂੰ ਸਮਝ ਨਹੀਂ ਸਕਦੇ। ਉਹਨੇ ਕਿਹੜਾ ਪਾਗਲ ਜਿਹਾ ਪਤਾ ਨਹੀਂ ਕੀ ਬੋਲੀ ਜਾ ਰਿਹਾ, ਠੀਕ ਹੈ ਨਾ। ਤੇ ਇਸ ਕਰਕੇ ਕਦੇ ਵੀ ਦਾਨ ਪੁੰਨ ਕਰਨਾ ਸੋਚ ਸਮਝ ਕੇ ਕਰਿਆ ਕਰੋ, ਠੀਕ ਆ। ਕਦੇ ਵੀ ਰਾਸਤੇ 'ਚ ਕੀੜਿਆਂ ਮਕੌੜਿਆਂ ਨੂੰ ਕਦੇ ਰਾਸਤੇ 'ਚ ਨਹੀਂ ਦਾਣਾ ਪਾਣਾ। ਇੱਕ ਸਾਈਡ ਤੇ ਹੁਣ ਕਿਨਾਰੇ ਹੋਵੇ, ਉੱਥੇ ਪਾ ਦਿਆ ਕਰੋ, ਠੀਕ ਹੈ। ਔਰ ਭਿਖਾਰੀਆਂ ਨੂੰ ਕਦੇ ਪੈਸੇ ਦੇਣ ਦੀ ਲੋੜ ਨਹੀਂ ਹੈ। ਕੋਈ ਨਾ ਕੋਈ ਚੀਜ਼ ਖਾਣ ਦੇ ਦਿਆ ਕਰੋ, ਰੋਟੀ ਪਾਣੀ ਖਾ ਦਿਆ ਕਰੋ, ਰੋਟੀ ਪਾਣੀ ਦੇ ਦਿਆ ਕਰੋ, ਕੋਈ ਫਲ ਦੇ ਦਿਆ ਕਰੋ ਖਾਣ ਨੂੰ, ਠੀਕ ਹੈ ਨਾ। ਇਹ ਜੇ ਛੋਟੇ ਛੋਟੇ ਕਰਮ ਆ, ਤੁਸੀਂ ਧਿਆਨ ਨਾ ਕਰਿਆ ਕਰੋ, ਠੀਕ ਆ। ਕਿਤੇ ਤੁਹਾਨੂੰ ਭੁਗਤਾਨ ਨਾ ਕਰਨਾ ਪਵੇ, ਇਹ ਕਰਮ ਆ। ਹੁਣ ਦੇਖੋ, ਇਹ ਕੀੜੇ ਨੇ, ਠੀਕ ਹੈ ਨਾ, ਆ ਮੇਰੇ ਸਾਹਮਣੇ ਚੱਲਦੇ ਪਏ ਨੇ। ਹੁਣ ਇਹਨਾਂ ਨੂੰ ਉੱਪਰ ਮੈਂ ਪੈਰ ਰੱਖੂੰਗਾ ਜਾਂ ਇਹਨਾਂ ਨੂੰ ਮਾਰੂੰਗਾ, ਇਹਦਾ ਭੁਗਤਾਨ ਮੈਨੂੰ ਕਰਨਾ ਪੈਣਾ। ਕਿਉਂ? ਕਿਉਂਕਿ ਮੈਂ ਜਾਣਬੁੱਝ ਕੇ ਮਾਰਿਆ। ਮੈਂ ਦੇਖ ਰਿਹਾ, ਇਹਨਾਂ ਅੱਖਾਂ ਨਾਲ ਦੇਖ ਰਿਹਾ ਕਿ ਇਹ ਚੀਜ਼ ਗਲਤ ਆ, ਔਰ ਮੈਂ ਇਹਦੇ ਉੱਤੇ ਪੈਰ ਰੱਖੂੰਗਾ ਤੇ ਇਹ ਮਰ ਜਾਣਗੇ, ਮੇਰਾ ਇੱਕ ਕਰਮ ਬਣ ਜਾਊਗਾ, ਠੀਕ ਹੈ ਨਾ। ਕਿਉਂਕਿ ਮੈਨੂੰ ਚੀਜ਼ ਦਿਖਦੀ ਪਈ ਆ। ਇਹਦਾ ਜਿਹੜਾ ਭੁਗਤਾਨ ਨਹੀਂ ਹੋ ਸਕਦਾ, ਇਹਦਾ ਭੁਗਤਾਨ ਸਾਨੂੰ ਕਰਨਾ ਹੀ ਪੈਣਾ। ਇਹ ਚੋਂ ਅਸੀਂ ਬਚ ਨਹੀਂ ਸਕਦੇ। ਜਿਹੜੇ ਜਾਣਬੁੱਝ ਕੇ ਅਸੀਂ ਕਰਮ ਕਰਦੇ ਹਾਂ, ਜਾਣਬੁੱਝ ਕੇ ਕਿਸੇ ਜੀਵ ਹੱਤਿਆ ਕਰਦੇ, ਕਿਸੇ ਨੂੰ ਮਾਰਦੇ ਹਾਂ, ਇਹ ਸਾਨੂੰ ਭੁਗਤਾਨ ਇਹਦਾ ਕਰਨਾ ਹੀ ਪੈਣਾ। ਇਸ ਤੋਂ ਅਸੀਂ ਬਚ ਨਹੀਂ ਸਕਦੇ। ਜਿਹੜਾ ਅਣਜਾਣੇ ਪੂਰੇ ਵਿੱਚ ਹੁੰਦਾ, ਜਿਹਦਾ ਕੁਝ ਪਤਾ ਹੀ ਨਹੀਂ, ਅਣਜਾਣੇ ਵਿੱਚ ਹੋ ਗਏ, ਉਹਦਾ ਕਿਤੇ ਨਾ ਕਿਤੇ ਸ਼ਾਇਦ ਬਖਸ਼ਿਸ਼ ਹੈ, ਠੀਕ ਨਾ। ਪਰਮਾਤਮਾ ਸਾਨੂੰ ਬਖਸ਼ ਸਕਦਾ, ਪਰ ਅਸੀਂ ਜਾਣਬੁੱਝ ਕੇ ਕਿਸੇ ਜੀਵ ਹੱਤਿਆ ਕਰਨੀ, ਉਹਦਾ ਸਾਨੂੰ ਭੁਗਤਾਨ ਕਰਨਾ ਹੀ ਪੈਣਾ, ਠੀਕ ਹੈ ਨਾ। ਇਹ ਤੋਂ ਕੋਈ ਬਚ ਨਹੀਂ ਸਕਦਾ। ਇਸ ਕਰਕੇ ਜੀਵ ਹੱਤਿਆ ਨਾ ਕਰਿਆ ਕਰੋ, ਠੀਕ ਹੈ ਨਾ। ਇਨਸਾਨ ਬੜਾ ਸਵਾਰਥੀ ਹੋ ਚੁੱਕਿਆ ਆ, ਆਪਣੇ ਮਤਲਬ ਦੇ ਲਈ ਲੋਕਾਂ ਦੀ ਜੀਵ ਹੱਤਿਆ ਕਰੀ ਜਾ ਰਿਹਾ, ਠੀਕ ਹੈ ਨਾ। ਉਹ ਪ੍ਰਭੂ ਦੇ ਦਰਬਾਰ ਤੇ ਜਾ ਰਿਹਾ, ਦੇਵੀ ਦੇਵਤਿਆਂ ਦੇ ਦਰਬਾਰ ਤੇ ਜਾਂਦਾ, ਮੰਦਿਰ ਜਾਂਦਾ, ਕਿਤੇ ਜਾਂਦਾ, ਤੇ ਆਪਣੇ ਸਵਾਰਥ ਲਈ ਜੀਵ ਹੱਤਿਆ ਕਰੀ ਜਾਂਦਾ, ਠੀਕ ਹੈ ਨਾ। ਕੰਮ ਤਾਂ ਉਹਨੇ ਆਪਣੇ ਕਰਾਣੇ, ਕਾਰੋਬਾਰ ਆਪਣਾ ਚਲਾਉਣਾ, ਮੁੰਡੇ ਨੂੰ ਆਪ ਚਾਹੀਦਾ, ਤਾਂ ਬਲੀ ਆਪਾਂ ਜੀਵ ਜੰਤੂਆਂ ਦੀ ਦੇ ਰਿਹਾ ਕਿ ਖੁਸ਼ ਹੋ ਗਏ ਜੀ ਕਿ ਮੇਰਾ ਕੰਮ ਹੋ ਗਿਆ ਜੀ, ਇਹਦੀ ਬਲੀ ਦਿਓ। ਬਲੀ ਤੁਸੀਂ ਆਪਣੀ ਦਿਓ, ਕੰਮ ਤੁਹਾਡਾ ਆਪਣਾ। ਤੁਸੀਂ ਆਪਣੇ ਵਾਸਤੇ ਅਰਦਾਸ ਬੇਨਤੀ ਕੀਤੀ ਆ, ਤੁਸੀਂ ਜੀ ਬੇਜਵਾਨ ਜੀਵ ਜੰਤੂਆਂ ਦੀ ਬਲੀ ਕਿਉਂ ਦੇ ਰਹੇ ਹੋ? ਤੁਸੀਂ ਇਹਨਾਂ ਬੇਜਵਾਨ ਜਾਨਵਰਾਂ ਦੀ ਬਲੀ ਕਿਉਂ ਦੇ ਰਹੇ ਹੋ?
ਕੰਮ ਤੁਸੀਂ ਆਪਣੇ ਲੈਣੇ ਆ, ਮੁੰਡੇ ਤੁਹਾਨੂੰ ਆਪ ਚਾਹੀਦੇ ਆ, ਕਾਰੋਬਾਰ ਤੁਸੀਂ ਆਪਣੇ ਲਈ ਮੰਗਦੇ ਹੋ, ਪੈਸਾ ਤੁਸੀਂ ਆਪਣੇ ਲਈ ਮੰਗਦੇ ਹੋ, ਹੈਨਾ, ਤੰਦਰੁਸਤੀ ਤੁਸੀਂ ਆਪਣੇ ਲਈ ਮੰਗਦੇ ਹੋ, ਤੇ ਤੁਹਾਨੂੰ ਬਲੀ ਆਪਣੇ ਆਪ ਦੀ ਬਲੀ ਦਿਓ ਕਿ ਪ੍ਰਮਾਤਮਾ ਖੁਸ਼ ਹੋ ਕੇ ਦੇਵੀ ਦੇਵਤੇ ਖੁਸ਼ ਹੋ ਜਾਣ। ਤੁਸੀਂ ਬੇਜਵਾਨੇ ਬਲੀ ਕਿਉਂ ਦੇ ਰਹੇ? ਇਹਨਾਂ ਤੁਹਾਡਾ ਕੀ ਵਿਗਾੜਿਆ? ਉਹ ਜੀਵ ਜੰਤੂ ਜਿਹੜੇ ਪਸ਼ੂ ਨੇ ਇਹ ਹਰਾ ਚਾਰਾ ਖਾਂਦੇ, ਘਾਹ ਫੂਸ ਖਾ ਕੇ ਆਪਣਾ ਜੀਵਨ ਗੁਜ਼ਾਰਦੇ ਨੇ, ਠੀਕ ਹੈ ਨਾ। ਇਹਨਾਂ ਨੇ ਤੁਹਾਡਾ ਕੀ ਵਿਗਾੜਿਆ? ਠੀਕ ਹੈ ਨਾ। ਤੁਸੀਂ ਆਪਣੇ ਜੀਵ ਦੇ ਸਵਾਲ ਇਹਨੂੰ ਹੱਤਿਆ ਕਰੀ ਜਾ ਰਹੇ ਆ, ਠੀਕ ਹੈ। ਆਪਣੇ ਕੰਮ ਸਵਾਰਨ ਦੀ ਖਾਤਰ ਇਹਨਾਂ ਦੀ ਹੱਤਿਆ ਕਰੀ ਜਾ ਰਹੇ ਆ। ਅਸੀਂ ਦੇਵੀ ਦੇਵਤੇ ਅੱਗੇ, ਪੀਰ ਪੈਗੰਬਰ ਅੱਗੇ ਬੇਨਤੀ ਅਰਦਾਸਾਂ ਕਰਦੇ ਆ, ਪ੍ਰਭੂ ਮੇਰਾ ਆਹ ਚਾਹ ਦੇ, ਮੈਂ ਬੱਕਰਾ ਦਊਂਗਾ। ਬੱਕਰੇ ਦਾ ਕੀ ਕਸੂਰ ਆ? ਠੀਕ ਹੈ ਨਾ, ਇਹਦਾ ਕੀ ਕਸੂਰ ਆ? ਕੰਮ ਤੁਸੀਂ ਆਪ ਆਪਣੇ ਲੈਣੇ ਆ, ਅਰਦਾਸ ਵੀ ਤੁਸੀਂ ਆਪਣੇ ਲਈ ਕਰਦੇ ਹੋ, ਫਾਇਦਾ ਤੁਹਾਨੂੰ ਆਪ ਹੋਣਾ, ਤੇ ਤੁਸੀਂ ਐਵੇਂ ਕਿਸੇ ਦੀ ਬਲੀ ਦੇ ਜਾ ਰਹੇ। ਇਹਦਾ ਭੁਗਤਾਨ ਤੁਹਾਨੂੰ ਕਰਨਾ ਹੀ ਪੈਣਾ। ਇਹ ਤੋਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਇਨਸਾਨ ਸਭ ਤੋਂ ਵੱਡਾ ਹੈਵਾਨ ਹੋ ਚੁੱਕਿਆ ਕਿ ਆਪਣੇ ਸਵਾਰਥ ਲਈ, ਆਪਣੀ ਖੁਸ਼ੀ ਲਈ, ਆਪਣੇ ਪਰਿਵਾਰ ਦੀ ਖੁਸ਼ੀ ਦੇ ਲਈ ਉਹ ਕਿਸੇ ਬੇਜਵਾਨੇ ਦੀ ਹੱਤਿਆ ਕਿਉਂ ਕਰਦਾ ਪਿਆ? ਇਹਨਾਂ ਦੀ ਬਲੀ ਕਿਉਂ ਦੇ ਰਿਹਾ ਹੈ? ਕਿਸੇ ਦਾ ਕੰਮ ਕਰਨਾ ਜੀ, ਕਿਸੇ ਦਾ ਕੰਮ ਅੜਿਆ ਹੋਇਆ ਜੀ, ਉਹ ਮੁਰਗੇ ਦੀ ਬਲੀ ਦੇ ਦਿਓ ਜੀ। ਦੱਸੋ ਮੁਰਗੇ ਦਾ ਕੀ ਕਸੂਰ? ਉਹਨੇ ਤੁਹਾਡਾ ਕੀ ਵਿਗਾੜਿਆ? ਬੜੀ ਸਮਝਣ ਵਾਲੀ ਗੱਲ ਆ। ਉਹਨੇ ਮੁਰਗੇ ਨੇ ਤੁਹਾਡਾ ਕੀ ਵਿਗਾੜਿਆ? ਬੱਕਰੇ ਨੇ ਤੁਹਾਡਾ ਕੀ ਵਿਗਾੜਿਆ? ਕੰਮ ਤਾਂ ਤੁਸੀਂ ਆਪਣੇ ਕਰਾਣੇ ਆ। ਆਪਣੇ ਆਪ ਦੀ ਬਲੀ ਦਿਓ, ਆਪਣੇ ਅਹੰਕਾਰ ਦੀ ਬਲੀ ਦਿਓ, ਆਪਣੇ ਕਾਮ ਦੀ ਬਲੀ ਦਿਓ, ਆਪਣੇ ਕ੍ਰੋਧ ਦੀ ਬਲੀ ਦਿਓ, ਆਪਣੇ ਗੁੱਸੇ ਦੀ ਬਲੀਆਂ ਦਿਓ, ਆਪਣੇ ਸਵਾਰਥ ਦੀ ਬਲੀ ਦਿਓ। ਇਹ ਬਲੀ ਦਿਓ। ਪ੍ਰਭੂ ਤਾਂ ਦੇਵੀ ਦੇਵਤਾ, ਪੀਰ ਪੈਗੰਬਰ, ਰਿਸ਼ੀ ਮੁਨੀ, ਸੰਤ ਮਹਾਂਪੁਰਸ਼, ਪਰਮਾਤਮਾ, ਅੱਲਾ, ਵਾਹਿਗੁਰੂ, ਰਾਮ, ਕ੍ਰਿਸ਼ਨ ਸਾਰੇ ਇੱਕ ਪ੍ਰੇਮ ਦੇ ਭੁੱਖੇ ਨੇ। ਸਿਰਫ ਉਹਨਾਂ ਨੂੰ ਪ੍ਰੇਮ ਚਾਹੀਦਾ। ਤੁਹਾਡੇ ਇੱਕ ਪ੍ਰੇਮ ਨਾਲ ਦਿੱਤਾ ਹੋਇਆ ਫੁੱਲ ਵੀ ਉਹਨੂੰ ਕਬੂਲ ਆ। ਤੁਹਾਡੇ ਪ੍ਰੇਮ ਨਾਲ ਉਹਦੀ ਯਾਦ ਵਿੱਚ ਹੰਝੂ ਵਧਾਏ, ਆਂਸੂ ਆਉਂਦੇ ਨਾ, ਅੱਖਾਂ 'ਚ ਹੰਝੂ ਆਉਂਦੇ ਆ, ਉਹਦੀ ਯਾਦ ਵਿੱਚ ਹੰਝੂ ਦੋ ਆਏ ਵੀ ਉਹ ਬਹੁਤ ਤੁਹਾਡੇ ਲੇਖੇ ਲੱਗ ਜਾਣੇ ਉਹ, ਠੀਕ ਆ। ਇਹਨਾਂ ਬੇਜਵਾਨਾਂ ਦੀ ਬਲੀ ਨਾ ਦਿਓ ਆਪਣੇ ਸਵਾਦ ਦੀ ਖਾਤਰ। ਪਰਮਾਤਮਾ ਨੇ ਤੁਹਾਨੂੰ ਬਾਦਸ਼ਾਹ ਬਣਾ ਕੇ ਭੇਜਿਆ, ਇਨਸਾਨ ਬਣਾ ਕੇ ਭੇਜਿਆ, ਔਰ ਇਸ 84 ਲੱਖ ਜੋਨੀਆਂ ਦਾ ਸਰਦਾਰ ਬਣਾ ਕੇ ਭੇਜਿਆ। ਤੁਸੀਂ ਆਪਣਾ ਜੀਵਨ ਕੋਡੀਆਂ ਦੇ ਭਾਅ ਐਵੇਂ ਗਵਾਈ ਜਾ ਰਹੇ ਆ। ਇਹਨਾਂ ਸਵਾਸਾਂ ਦੀ ਕੀਮਤ ਨੂੰ ਤੁਸੀਂ ਪਹਿਚਾਣਦੇ ਨਹੀਂ ਪਏ। ਇਹਨਾਂ ਦੀ ਕੀਮਤ ਨੂੰ ਪਹਿਚਾਨੋ, ਆਪਣੇ ਇਸ ਜੀਵਨ ਨੂੰ ਵੀ ਪਹਿਚਾਨੋ। ਇਸ ਦੇਹ, ਇਹ ਸਰੀਰ ਬਾਰ-ਬਾਰ ਨਹੀਂ ਮਿਲਦਾ। ਇਹ ਪ੍ਰਭੂ ਦੀ ਭਗਤੀ ਕਰਨ ਵਾਸਤੇ ਮਿਲਿਆ, ਪ੍ਰਭੂ ਦੀ ਬੰਦਗੀ ਕਰਨ ਵਾਸਤੇ ਮਿਲਿਆ, ਨਾਮ ਸਿਮਰਨ ਦੀ ਕਮਾਈ ਕਰਨ ਵਾਸਤੇ ਮਿਲਿਆ। ਇਹ ਗੱਲ ਹਮੇਸ਼ਾ ਯਾਦ ਰੱਖੋ। ਜਿੰਨੇ ਵੀ ਸੰਤ, ਮਹਾਂਪੁਰਸ਼, ਫਕੀਰ, ਰਿਸ਼ੀ ਮੁਨੀ ਆਏ, ਸਾਰਿਆਂ ਨੇ ਇੱਕੋ ਹੁਕਮ ਨਾਮ ਦਾ ਕਿ ਬੇਟੇ ਸਿਮਰਨ ਕਰੋ, ਉਹ ਸੰਸਾਰ ਨਾਲ ਸਾਰਿਆਂ ਨਾਲ ਪ੍ਰੇਮ ਕਰੋ, ਔਰ ਆਪਣਾ ਪ੍ਰਭੂ ਨਾਲ ਪ੍ਰੇਮ ਕਰੋ, ਔਰ ਭਗਤੀ ਕਰਦੇ ਰਹੋ ਆਪਣਾ। ਫਿਰ ਆਪਣੇ ਦੀਨ ਦੁਨੀਆ ਦੇ ਕੰਮ ਕਰਦੇ ਰਹੋ। ਠੀਕ ਹੈ, ਤੁਹਾਡੀ ਜ਼ਰੂਰਤ ਆ ਕਿ ਰੋਟੀ, ਕੱਪੜਾ ਔਰ ਮਕਾਨ ਚਾਹੀਦਾ। ਇੰਨਾ ਵੀ ਨਾ ਆਪਣੇ ਆਪ ਪਾਗਲ ਬਣਾ ਦਿਓ ਕਿ ਆਪਣੇ ਤੁਸੀਂ ਜੀਵਨ ਦੇ ਮਕਸਦ ਨੂੰ ਹੀ ਭੁੱਲ ਜਾਓ। ਠੀਕ ਹੈ, ਜੀਵਨ ਦਾ ਪਹਿਲਾ ਮਕਸਦ ਆ ਬੰਦਗੀ ਕਰਨਾ, ਭਗਤੀ ਕਰਨਾ। ਇਸ ਕਰਕੇ ਇਹ ਇਨਸਾਨ ਆਪਣੇ ਆਪ ਨੂੰ ਜਾਣ। ਪਰਮਾਤਮਾ ਨੇ ਤੁਹਾਨੂੰ ਬਾਦਸ਼ਾਹ ਬਣਾ ਕੇ ਭੇਜਿਆ, ਉਹ ਇਹ ਕੁਦਰਤ ਦਾ ਖਿਆਲ ਰੱਖਣ ਵਾਸਤੇ ਭੇਜਿਆ। ਇਹ ਕੁਦਰਤ ਦੀ ਅਸੀਂ ਸੰਭਾਲ ਕਰਾਂਗੇ, ਇਹ ਤੁਹਾਡੀ ਸੰਭਾਲ ਕਰੇਗਾ। ਤੁਸੀਂ ਆਪਣੇ ਸਵਾਰਥ ਦੇ ਲਈ ਜੀਵ ਜੰਤੂਆਂ ਦੀ ਹੱਤਿਆ ਨਾ ਕਰੋ। ਠੀਕ ਹੈ, ਜੇ ਆਪਾਂ ਕੀੜੇ ਮਕੌੜਿਆਂ ਨੂੰ ਦਾਣਾ ਪਾਉਂਦੇ ਆ, ਚਾਵਲ ਪਾਉਂਦੇ ਆ, ਜਾਂ ਕੁਛ ਪਾਉਂਦੇ ਆ, ਜਾਂ ਪੰਛੀਆਂ ਨੂੰ ਕੁਛ ਪਾਉਂਦੇ ਆ, ਜੇ ਅਸੀਂ ਕਰਜ਼ਾ ਲਿੱਤਾ ਤੇ ਕਰਜ਼ਾ ਅਸੀਂ ਦੇਣਾ। ਜੇ ਆਪਾਂ ਕਿਸੇ ਕੋ ਪੈਸੇ ਲਿੱਤੇ ਆ, ਉਹ ਪੈਸੇ ਸਾਨੂੰ ਹੀ ਦੇਣੇ ਪੈਣੇ ਆ। ਠੀਕ ਹੈ ਨਾ, ਪੈਸੇ ਦਾ ਕੰਮ ਪੈਸੇ ਨਾਲ ਹੀ ਹੋਣਾ ਆ। ਠੀਕ ਹੈ ਨਾ। ਹਾਂ, ਇਹ ਦਾਨ ਪੁੰਨ ਦਾ ਤਰੀਕਾ ਇਹ ਕਿ ਤੁਸੀਂ ਇਹ ਦਾਨ ਪੁੰਨ ਕਰਦੇ ਸਾਡੇ ਲਈ। ਜੇ ਅਸੀਂ ਬੇਜਵਾਨਾਂ ਦੀ ਸੇਵਾ ਕਰਦੇ ਆ, ਬੇਜਵਾਨਾਂ ਨੂੰ ਰੋਟੀ ਦਿੰਦੇ ਆ, ਦਾਣਾ ਪਾਉਂਦੇ ਆ, ਤਾਂ ਇਹ ਸਾਡੇ ਲਈ ਦੁਆ ਬੇਨਤੀ ਕਰਦੇ ਨੇ ਕਿ ਪ੍ਰਭੂ ਇਹਨਾਂ ਨੂੰ ਰਿਜ਼ਕ ਦੇ, ਇਹਨਾਂ ਨੇ ਮੇਰਾ ਖਿਆਲ ਕੀਤਾ, ਅੱਜ ਮੈਨੂੰ ਰੋਟੀ ਦਿੱਤੀ ਆ, ਤੂੰ ਕਿਰਪਾ ਕਰ, ਇਹਨਾਂ ਦੇ ਕਾਰੋਬਾਰ 'ਚ ਵਾਧਾ ਕਰ, ਇਹਨਾਂ ਨੂੰ ਰਿਜ਼ਕ ਦੇ ਕਿ ਇਹ ਮੇਰੀ ਇਸੇ ਤਰ੍ਹਾਂ ਸੇਵਾ ਕਰਦੇ ਨਾ। ਫਿਰ ਸਾਡੀ ਕਮਾਈ 'ਚ ਵਾਧਾ ਹੋਵੇਗਾ, ਸਾਡੇ ਕੰਮਕਾਰ ਚੱਲਣਗੇ, ਸਾਨੂੰ 4 ਪੈਸੇ ਆਉਣਗੇ। 4 ਪੈਸੇ ਨਾਲ ਕੀ ਆਉਣਗੇ? ਅਸੀਂ ਉਹਦਾ ਭੁਗਤਾਨ ਕਰਾਂਗੇ। ਠੀਕ ਹੈ ਨਾ, ਜਿਹਦੇ ਕੋਲ ਲਿੱਤੇ ਹੁਣ ਦੇਣਾ ਪਾਵਾਂਗੇ। ਇਸ ਕਰਕੇ ਪੈਸੇ ਦਾ ਕੰਮ ਪੈਸੇ ਨਾਲ ਹੀ ਹੋਣਾ। ਉਹ ਦਾਨ ਪੁੰਨ ਵੀ ਬੜੀ ਸੋਚ ਸਮਝ ਕੇ ਕਰਿਆ ਕਰੋ। ਠੀਕ ਹੈ ਨਾ। ਰਾਸਤੇ 'ਚ ਕਿਸੇ ਨੇ ਦਾਣਾ ਜਿਹੜਾ ਪਾਣਾ, ਰਾਸਤੇ 'ਚ ਕਿਸੇ ਨੇ ਪਾਣਾ ਕੀੜੇ ਮਕੌੜਿਆਂ ਨੂੰ, ਬਿਲਕੁਲ ਸਾਈਡ ਤੇ ਹੋਵੇ। ਠੀਕ ਹੈ, ਇਹ ਨਾ ਵੀ ਰਾਸਤੇ ਆਉਂਦੇ ਲੰਘਦੇ ਵੜਦੇ ਲੋਕੀ ਹਨਾ ਪੈਰਾਂ ਥੱਲੇ ਨਾਣ, ਕਿਸੇ ਦੇ ਗੱਡੀਆਂ ਥੱਲੇ ਨਾਣ, ਸਾਈਡ ਤੇ ਹੋਣ, ਉੱਥੇ ਦਾਨ ਪਾਣੀ ਕਰੋ। ਉਹ ਦੂਸਰੀ ਗੱਲ, ਐਵੇਂ ਆਪਣੇ ਸਵਾਰਥ ਲਈ ਐ ਬੇਜਵਾਨਾਂ ਦੀ ਹੱਤਿਆ ਨਾ ਕਰੋ। ਠੀਕ ਹੈ ਨਾ। ਕਰਜ਼ੇ ਤੁਸੀਂ ਆਪ ਲਿੱਤੇ, ਮੁੰਡੇ ਤੁਹਾਨੂੰ ਆਪ ਚਾਹੀਦੇ ਆ, ਕਾਰੋਬਾਰ ਤੁਹਾਡੇ ਆਪ ਚਲਾਣੇ, ਤੁਸੀਂ ਐ ਬੇਜਵਾਨਾਂ ਦੀ ਬਲੀਆਂ ਕਿਉਂ ਦੇ ਰਹੇ ਹੋ?
ਇਹਦੇ ਨਾਲ ਪ੍ਰਮਾਤਮਾ ਖੁਸ਼ ਹੋਣ ਵਾਲਾ ਨਹੀਂ ਹੈਗਾ, ਦੇਵੀ ਦੇਵਤੇ ਖੁਸ਼ ਹੋਣ ਵਾਲੇ ਨਹੀਂ ਹੈਗੇ, ਅੱਲਾ ਵਾਹਿਗੁਰੂ ਖੁਸ਼ ਹੋਣ ਵਾਲਾ ਨਹੀਂ ਹੈਗਾ। ਜੇ ਤੁਸੀਂ ਬਲੀ ਦੇਣਾ ਚਾਹੁੰਦੇ ਹੋ ਆਪਣੇ ਆਪ ਦੀ ਬਲੀ ਦਿਓ। ਕਹਿੰਦੇ ਨਾ ਸੀਸ ਦੀਏ ਸਤਿਗੁਰੂ ਮਿਲੇ ਫਿਰ ਵੀ ਸਸਤਾ ਜਾਣ। ਅਗਰ ਸਿਰ ਦੇ ਕੇ ਤੁਹਾਨੂੰ ਪ੍ਰਮਾਤਮਾ ਮਿਲਦਾ ਹੈ ਤਾਂ ਬੜਾ ਸਸਤਾ ਸੌਦਾ ਕਰ ਲਿਆ। ਠੀਕ ਹੈ ਨਾ। ਆਪਣੇ ਸਵਾਰਥ ਲਈ ਇਹਨਾਂ ਜੀਵ ਜੰਤੂ ਦੀ ਹੱਤਿਆ ਨਾ ਕਰੋ, ਇਹਨਾਂ ਬੇਜਵਾਨਾਂ ਜਾਨਵਰਾਂ ਦੀ ਹੱਤਿਆ ਨਾ ਕਰੋ। ਠੀਕ ਹੈ ਨਾ। ਮੁਰਗਿਆਂ ਨੇ ਤੁਹਾਡਾ ਕੁਛ ਨਹੀਂ ਵਿਗਾੜਿਆ, ਬੱਕਰਿਆਂ ਨੇ ਤੁਹਾਡਾ ਕੁਛ ਨਹੀਂ ਵਿਗਾੜਿਆ, ਮਛਲੀਆਂ ਨੇ ਤੁਹਾਡਾ ਕੁਛ ਨਹੀਂ ਵਿਗਾੜਿਆ। ਠੀਕ ਹੈ ਨਾ। ਆਪਣੇ ਸਵਾਰਥ ਲਈ ਇਹਨਾਂ ਦੀ ਹੱਤਿਆ ਨਾ ਕਰੋ। ਠੀਕ ਹੈ ਨਾ। ਤੁਸੀਂ ਜੇ ਪ੍ਰਮਾਤਮਾ ਨੂੰ ਖੁਸ਼ੀ ਕਰਨਾ ਚਾਹੁੰਦੇ ਆਪਣੇ ਆਪ ਦੀ ਬਲੀ ਦੇ ਦਿਓ, ਆਪਣੇ ਆਪ ਨੂੰ ਸਮਰਪਣ ਕਰ ਦਿਓ ਪ੍ਰਭੂ ਦੇ ਚਰਨਾਂ ਵਿੱਚ। ਠੀਕ ਹੈ। ਜੇ ਪ੍ਰਭੂ ਨੇ ਖੁਸ਼ ਹੋਣਾ, ਜੇ ਦੇਵੀ ਦੇਵਤਾ ਨੇ ਖੁਸ਼ ਹੋਣਾ, ਪੀਰਾ ਪੈਗੰਬਰਾਂ ਨੇ ਖੁਸ਼ ਹੋਣਾ, ਗੁਰੂ ਮਹਾਰਾਜ ਨੇ ਖੁਸ਼ ਹੋਣਾ, ਪ੍ਰਮਾਤਮਾ ਨੇ ਖੁਸ਼ ਹੋਣਾ, ਅੱਲਾ ਵਾਹਿਗੁਰੂ ਨੇ ਖੁਸ਼ ਹੋਣਾ, ਤਾਂ ਤੁਹਾਡੇ ਇੱਕ ਪਿਆਰ ਨਾਲ ਪ੍ਰੇਮ ਨਾਲ ਦਿੱਤੇ ਹੋਏ ਫੁੱਲ ਨਾਲ ਹੀ ਖੁਸ਼ ਹੋ ਜਾਣਾ। ਠੀਕ ਹੈ। ਤੁਹਾਡੇ ਪ੍ਰੇਮ ਨਾਲ ਬੋਲੇ ਦੋ ਲਫ਼ਜ਼ਾਂ ਨਾਲ ਹੀ ਖੁਸ਼ ਹੋ ਜਾਣਾ। ਤੁਹਾਡੇ ਪ੍ਰੇਮ ਨਾਲ ਉਹਦੀ ਯਾਦ ਵਿੱਚ ਹੰਝੂ ਬਹਾਏ ਉਹਨਾਂ ਨੇ ਖੁਸ਼ ਹੋ ਜਾਣਾ। ਇਹਨਾਂ ਬੜੀਆਂ ਦੀ ਲੋੜ ਨਹੀਂ ਉਹਨਾਂ ਨੂੰ। ਠੀਕ ਹੈ। ਆਪਣਾ ਆਪ ਨੂੰ ਸਮਰਪਣ ਕਰ ਦਿਓ, ਉਹਨਾਂ ਨੂੰ ਯਾਦ ਰੱਖੋ ਪੇਸ਼ਾ। ਉਹਨਾਂ ਦਾ ਕਹਿਣਾ ਮੰਨੋ। ਉਹਨਾਂ ਨੇ ਹਮੇਸ਼ਾ ਕਿਹਾ ਕਿ ਸਭ ਨਾਲ ਪ੍ਰੇਮ ਕਰੋ, ਉਹ ਰੋਜ਼ ਭਜਨ ਸਿੰਘ ਦਾ ਅਭਿਆਸ ਕਰੋ, ਭਗਤੀ ਕਰੋ। ਇਹ ਸੰਸਾਰ ਸਾਡਾ ਨਹੀਂ ਹੈਗਾ, ਇਹ ਸੰਸਾਰ ਝੂਠਾ ਹੈ। ਅਸੀਂ ਇੱਥੇ ਮੁਸਾਫਿਰ ਹਾਂ ਤੇ ਸਾਨੂੰ ਮੁਸਾਫਿਰ ਬਣ ਕੇ ਰਹਿਣਾ ਚਾਹੀਦਾ। ਠੀਕ ਹੈ। ਇੱਥੇ ਜਿੰਨੀਆਂ ਮਰਜ਼ੀ ਰਜਿਸਟਰੀਆਂ ਕਰਾ ਲਓ। ਠੀਕ ਹੈ। ਧੋਖਾ ਦੇ ਰਹੇ ਸੀ ਆਪਣੇ ਅੱਜ ਪਹਿਲਾਂ ਮੇਰੇ ਪੜਦਾਦੇ ਨਾਂ ਸੀ, ਹੁਣ ਦਾਦੇ ਨਾਂ ਤੇ, ਦਾਦੇ ਵਾ ਡੈਡੀ ਦੇ ਨਾਂ ਤੇ, ਹੁਣ ਸਾਡੇ ਨਾਂ ਤੇ ਆ। ਕੱਲ ਨੂੰ ਸਾਡੇ ਨਾਂ ਵੀ ਨਹੀਂ ਰਹਿਣੀਆਂ। ਠੀਕ ਹੈ ਨਾ। ਇਹ ਸੰਸਾਰ ਦਾ ਚਲੋ ਚੱਲੀ ਦਾ ਮੇਲਾ, ਬਸ ਆਈ ਜਾਓ ਜਾਈ ਜਾਓ ਆਈ ਜਾਓ। ਹਜ਼ਾਰਾਂ ਸਾਲਾਂ ਤੋਂ ਸੰਸਾਰ ਲੋਕ ਆਈ ਜਾ ਰਹੇ ਜਾਈ ਜਾ ਰਹੇ। ਠੀਕ ਹੈ। ਕਿੰਨੇ ਯੁੱਗ ਬੀਤ ਗਏ, ਇਹ ਵੀ ਅੱਗੇ ਬੀਤ ਜਾਣਾ। ਇਸ ਕਰਕੇ ਆਪਣੇ ਆਪ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੋ। ਸੱਚੇ ਸੰਤਾਂ ਮਹਾਂਪੁਰਸ਼ਾਂ ਦੀ ਫਕੀਰਾਂ ਦੀ ਸੰਗਤ ਕਰੋ, ਉਹਨਾਂ ਕੋਲ ਬੈਠਿਆ ਕਰੋ, ਬੈਠ ਕੇ ਗਿਆਨ ਦੀਆਂ ਗੱਲਾਂ ਕਰਿਆ ਕਰੋ, ਪ੍ਰਭੂ ਦੀ ਗੱਲਾਂ ਸੁਣਿਆ ਕਰੋ ਕਿ ਤੁਹਾਡਾ ਜੀਵਨ ਬਦਲ ਜਾਵੇ। ਠੀਕ ਹੈ ਨਾ। ਔਰ ਦੂਜਿਆਂ ਦੀ ਨਿੰਦਿਆ ਚੁਗਲੀ ਕਰਨ ਨਾਲੋਂ ਆਪਣੇ ਆਪ ਦੇ ਵਿੱਚ ਝਾਤੀ ਮਾਰ ਲਿਆ ਕਰੋ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੋ। ਇਹ ਇਨਸਾਨ ਆਪਣੇ ਆਪ ਨੂੰ ਜਾਣ। ਠੀਕ ਹੈ। ਦੂਜੇ ਵਿੱਚ ਅੱਛਾਈਆਂ ਲੱਭੋ ਤੇ ਬੁਰਾਈਆਂ ਲੱਭਣੀਆਂ ਤੇ ਆਪਣੇ ਆਪ ਅੰਦਰ ਲੱਭਣ ਦੀ ਕੋਸ਼ਿਸ਼ ਕਰੋ। ਠੀਕ ਹੈ ਨਾ। ਛੋਟੀ ਛੋਟੀ ਗੱਲਾਂ ਹੈਗੀਆਂ, ਤੁਹਾਨੂੰ ਮੈਂ ਹਰ ਗੱਲ ਸਮਝਾਉਣਾ, ਵਿਚਾਰ ਕਰਦਾ, ਤੁਹਾਡੀ ਕਿਤੇ ਨਾ ਕਿਤੇ ਗੱਲ ਬਣ ਜਾਵੇ। ਤੁਸੀਂ ਵੀ ਕਹਿੰਦੇ ਨੇ ਵੀ ਪਾਗਲ ਰੋਜ਼ ਹੀ ਕੋਈ ਨਾ ਬੋਲਦਾ ਰਹਿਣਾ। ਠੀਕ ਹੈ ਨਾ। ਪਰ ਮੇਰਾ ਕੰਮ ਬੋਲਣਾ, ਅਸੀਂ ਤਾਂ ਬੋਲ ਹੀ ਜਾਣਾ। ਅਸੀਂ ਤਾਂ ਹੋਕਾ ਦੇ ਹੀ ਜਾਣਾ ਨਾਮ ਦਾ ਕਿ ਬੇਟੇ ਨਾਮ ਜਪੋ, ਭਗਤੀ ਕਰੋ, ਸਿਮਰਨ ਕਰੋ, ਕਿਉਂਕਿ ਇਹ ਸੱਚਾਈ ਆ, ਜ਼ਿੰਦਗੀ ਦੀ ਸੱਚਾਈ ਆ। ਅੱਜ ਨਹੀਂ ਤੇ ਕੱਲ ਸਾਨੂੰ ਸਿਮਰਨ ਕਰਨਾ ਹੀ ਪੈਣਾ, ਬੰਦਗੀ ਕਰਨੀ ਹੀ ਪੈਣੀ, ਭਗਤੀ ਕਰਨੀ ਹੀ ਪੈਣੀ ਹੈ। ਠੀਕ ਹੈ ਨਾ। ਇਹ ਤੋਂ ਅਸੀਂ ਬਚ ਨਹੀਂ ਸਕਦੇ। ਅੱਜ ਕੱਲ ਉਹ ਵਧੀਆ ਗੱਲ ਆ, ਨਹੀਂ ਤਾਂ ਕੱਲ੍ਹ ਨੂੰ ਤਾਂ ਧੱਕੇ ਨਾਲ ਪ੍ਰਮਾਤਮਾ ਨੇ ਕਰਾ ਹੀ ਲੈਣੀ ਹੈ। ਠੀਕ ਹੈ ਨਾ। ਸੁੱਖ ਵਿੱਚ ਹਮੇਸ਼ਾ ਯਾਦ ਕਰੋ ਕਿ ਦੁੱਖ ਹੀ ਨਾ ਤੁਹਾਨੂੰ ਆਉਣ। ਠੀਕ ਹੈ ਨਾ। ਹਮੇਸ਼ਾ ਉਹਨੂੰ ਯਾਦ ਰੱਖੋ, ਗੁਰੂ ਦਾ ਕਹਿਣਾ ਮੰਨੋ, ਗੁਰੂ ਅਨੁਸਾਰ ਹੁਕਮ ਅਨੁਸਾਰ ਭਗਤੀ ਕਰੋ। ਰੋਜ਼ ਸਵੇਰੇ ਆਪ ਉੱਠ ਕੇ ਅੰਮ੍ਰਿਤ ਵੇਲੇ ਸੰਭਾਲ ਕਰੋ, ਫਿਰ ਭਜਨ ਬੰਦਗੀ ਕਰਕੇ, ਸਿਮਰਨ ਦਾ ਅਭਿਆਸ ਕਰਕੇ, ਫਿਰ ਸੰਸਾਰ ਦੇ ਆਪਣੇ ਕੰਮ ਧੰਦਿਆ ਕਰਿਆ ਕਰੋ। ਠੀਕ ਹੈ। ਆਪਣੇ ਸਵਾਰਥ ਲਈ ਕਿਸੇ ਦੀ ਜੀਵ ਹੱਤਿਆ ਨਾ ਕਰੋ। ਇਹ ਬਿਲਕੁਲ ਬਹੁਤ ਵੱਡਾ ਕਰਮ ਆ। ਅੱਜ ਤੁਸੀਂ ਮਾਰਦੇ ਪਏ, ਕੱਲ ਨੂੰ ਅਗਲੇ ਜਨਮ ਤੁਹਾਨੂੰ ਵੀ ਤੁਸੀਂ ਬੱਕਰੇ ਮਾਰ ਦਿਓ, ਕੱਲ ਤੁਸੀਂ ਬੱਕਰੇ ਬਣੋਗੇ, ਫਿਰ ਇਹ ਇਨਸਾਨ ਬਣ ਕੇ ਤੁਹਾਨੂੰ ਮਾਰਨਗੇ। ਦੇਣ ਲੈਣ ਦਾ ਸੰਬੰਧ ਬਣਿਆ ਹੈ। ਠੀਕ ਹੈ ਨਾ। ਜਿੱਦਾਂ ਦਾ ਤੁਸੀਂ ਬੀਜ ਪਾਓਗੇ ਉਹੀ ਤੁਹਾਨੂੰ ਵੱਢਣਾ ਪੈਣਾ। ਇਹ ਤੋਂ ਕੋਈ ਵੀ ਸੰਤ ਮਹਾਂਪੁਰਸ਼ ਫਕੀਰ ਗੁਰੂ ਤੁਹਾਨੂੰ ਬਚਾ ਨਹੀਂ ਸਕਦਾ। ਇਹ ਸੰਸਾਰ ਇੱਕ ਕਰਮ ਭੂਮੀ ਆ। ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹ ਜਿਹਾ ਤੁਹਾਨੂੰ ਫਲ ਮਿਲਣਾ ਹੀ ਮਿਲਣਾ। ਉਹਦਾ ਭੁਗਤਾਨ ਤੁਹਾਨੂੰ ਕਰਨਾ ਹੀ ਪੈਣਾ। ਇਸ ਕਰਕੇ ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਜੀਵ ਹੱਤਿਆ ਨਾ ਕਰੋ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਪਰਮਾਤਮਾ ਕਿੱਥੇ ਆ? ਤੁਹਾਡੇ ਅੰਦਰ ਬੈਠਾ। ਠੀਕ। ਉਹਨੂੰ ਮਿਲਣ ਦਾ ਰਸਤਾ ਕੀ ਹੈ? ਅੰਦਰ ਹੀ ਆ। ਤੇ ਆ ਜਾਓ, ਅੰਦਰ ਆ ਜਾਓ। ਠੀਕ ਹੈ। ਇਕਾਗਰ ਹੋ ਕੇ ਬਾਹਰੋਂ ਖਿਆਲ ਹਟਾ ਕੇ ਆਪਣੇ ਅੰਦਰ ਵੀ ਜੋੜੋ ਤੇ ਪ੍ਰਮਾਤਮਾ ਦੀ ਖੋਜ ਕਰੋ, ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ। ਠੀਕ ਆ। ਫੇਰ ਤੁਹਾਡੀ ਗੱਲ ਬਣ ਜੂਗੀ। ਗੱਲਾਂ ਨਾਲ ਪਕੌੜੇ ਨਾ ਬਣਾਣੇ, ਗੱਲਾਂ ਨਾਲ ਪਹਾੜ ਨਹੀਂ ਬਣਾਣੇ। ਠੀਕ ਹੈ ਨਾ। ਤੇ ਇਹ ਕਰਨੀ ਦਾ ਮਾਰਗ ਆ, ਕਰਕੇ ਹੀ ਮਿਲਣਾ। ਠੀਕ ਹੈ। ਬੈਠੇ ਬੈਠੇ ਵਿਚਾਰ ਆਇਆ ਸੀ ਕਿ ਦਾਸ ਕੋਈ ਨਾ ਕੋਈ ਗੱਲ ਤੁਹਾਡੇ ਨਾਲ ਵਿਚਾਰ ਕਰੇ, ਤੇ ਕੀੜੇ ਦੇਖ ਕੇ ਮਨ ਦੇ ਵਿਚਾਰ ਆਇਆ ਕਿ ਇੱਥੇ ਇੱਕ ਵੀਡੀਓ ਪਾਈ ਜਾਵੇ। ਠੀਕ ਹੈ ਨਾ। ਤੇ ਦਾਨ ਪੁੰਨ ਹਮੇਸ਼ਾ ਸੋਚ ਸਮਝ ਕੇ ਕਰਨਾ ਚਾਹੀਦਾ। ਤੇ ਇਸ ਕਰਕੇ ਐਵੇਂ ਨਾ ਆਪਣੇ ਕਰਮ ਬਣਾਉਂਦੇ ਰਿਹਾ ਕਰੋ। ਠੀਕ ਹੈ ਨਾ। ਔਰ ਮੈਨੂੰ ਇਹ ਆਪ ਤੇ ਉਮੀਦ ਹੈ ਕਿ ਤੁਸੀਂ ਰੋਜ਼ ਸਿਮਰਨ ਕਰੋਗੇ, ਬੰਦਗੀ ਕਰੋਗੇ। ਅੱਜ ਤੋਂ ਹੀ ਕਰਨੀ ਸ਼ੁਰੂ ਕਰ ਦਿਓ। ਵਧੀਆ ਗੱਲ ਆ। ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਭਗਤੀ ਕਰੋ। ਠੀਕ ਹੈ ਨਾ। ਹਰ ਸਵਾਲ ਦਾ ਜਵਾਬ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਭਜਨ ਸਿਮਰਨ ਵਿੱਚ ਮਿਲਣਾ, ਬੰਦਗੀ ਵਿੱਚ ਮਿਲਣਾ, ਨਾਮ ਸਿਮਰਨ ਦੀ ਕਮਾਈ ਕਰਨ ਵਿੱਚ ਮਿਲਣਾ, ਸਿਮਰਨ ਦਾ ਅਭਿਆਸ ਕਰਨ ਵਿੱਚ ਮਿਲਣਾ। ਠੀਕ ਆ। ਅਨੁਭਵ ਦਾ ਮਾਰਗ ਆ, ਇਹ ਪ੍ਰੈਕਟੀਕਲ ਕਰਨ ਦਾ ਮਾਰਗ ਆ, ਇਹ ਗੱਲਾਂ ਦਾ ਮਾਰਗ ਨਹੀਂ ਹੈਗਾ। ਠੀਕ ਹੈ ਨਾ। ਉਹ ਕਰੋ ਬਸ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਆਪਣੇ ਸਵਾਰਥ ਲਈ ਜੀਵ ਹੱਤਿਆ ਨਾ ਕਰੋ। ਇਹਨਾਂ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ। ਠੀਕ ਹੈ ਨਾ।
ਇਹਨਾਂ ਦੀ ਹੱਤਿਆ ਨਾ ਕਰੋ। ਠੀਕ ਹੈ ਨਾ। ਜੇ ਤੁਸੀਂ ਪਰਮਾਤਮਾ ਨੂੰ ਕੁਝ ਦੇਣਾ ਚਾਹੁੰਦੇ ਹੋ, ਪੀਰਾ ਪੈਗੰਬਰ ਨੂੰ ਕੁਝ ਦੇਣਾ ਚਾਹੁੰਦੇ ਹੋ, ਦੇਵੀ ਦੇਵਤਾ ਨੂੰ ਕੁਝ ਦੇਣਾ ਚਾਹੁੰਦੇ ਹੋ, ਤਾਂ ਆਪਣੇ ਆਪ ਦੀ ਬਲੀ ਦੇ ਦਿਓ, ਆਪਣਾ ਆਪ ਹੀ ਸਮਰਪਣ ਕਰ ਦਿਓ। ਅਸੀਂ ਦੇ ਵੀ ਕੇ ਸਕਦੇ ਵੈਸੇ, ਹੈ ਨਾ, ਕਿਉਂਕਿ ਸਭ ਕੁਝ ਤਾਂ ਉਹਦਾ ਹੀ ਆ। ਇਹ ਕੁਦਰਤ, ਕੀੜੇ ਮਕੌੜੇ, ਸ੍ਰਿਸ਼ਟੀ, ਸਭ ਕੁਝ, ਆਕਾਸ਼ ਪਤਾਲ, ਹੈ ਨਾ, ਇਹ ਸਭ ਤਾਂ ਉਹਦੇ ਹੀ ਬਣਾਏ ਹੋਏ ਆ। ਉਹ ਸਰੀਰ ਵੀ ਉਹਦਾ ਹੀ ਆ, ਅਸੀਂ ਵੀ ਉਹਦੇ ਹੀ ਆ। ਅਸੀਂ ਉਹਦਾ ਸਮਾਨ ਉਹਨੂੰ ਕਿੱਦਾਂ ਦੇ ਸਕਦੇ ਆ? ਕਿਸੇ ਦੇ ਘਰ ਵਿੱਚ ਆਪਾਂ ਮਿਲਣ ਜਾਂਦੇ ਆ, ਜਦੋਂ ਡਰਾਇੰਗ ਰੂਮ ਵਿੱਚ ਬਹਿਨੇ ਆਪਾਂ, ਇਹ ਥੋੜੀ ਆਪਾਂ ਉਹਦੀ ਫੋਟੋ ਲਾ ਕੇ ਉਹਨੂੰ ਵੀ ਦੇ ਦਿੰਦੇ ਆ ਕਿ ਲੋ ਜੀ ਤੁਹਾਡੇ ਲਈ ਗਿਫਟ ਲੈ ਕੇ ਆਏ। ਉਹਦੇ ਘਰ ਵਿੱਚੋਂ ਉਹਦੀ ਫੋਟੋ ਉਤਾਰ ਕੇ ਉਹਨੂੰ ਦੇਵਾਂਗੇ ਤਾਂ ਉਹ ਕੀ ਸੋਚੇਗਾ? ਇਸੇ ਤਰ੍ਹਾਂ ਜੋ ਪਰਮਾਤਮਾ ਨੇ ਕੁਦਰਤ ਬਣਾਈ ਹੋਈ ਆ, ਇਹ ਉਹਦੀ ਵੀ ਬਣਾਈ ਹੋਈ ਆ। ਠੀਕ ਹੈ ਨਾ। ਅਸੀਂ ਉਹਦੀ ਚੀਜ਼ ਉਹਨੂੰ ਅਰਪਣ ਕਰਦੇ ਪਏ ਆ। ਠੀਕ ਹੈ ਨਾ। ਉਹ ਵੀ ਕੀ ਹੱਸਦਾ ਹੋਵੇਗਾ ਦੇਖ ਕੇ ਕਿ ਮੇਰੇ ਬੱਚੇ ਮੇਰੇ ਸਮਾਨ ਮੈਨੂੰ ਦੇਈ ਜਾਂਦੇ ਆ। ਠੀਕ ਹੈ ਨਾ। ਜੇ ਕੁਝ ਪਰਮਾਤਮਾ ਨੂੰ ਦੇਣਾ ਚਾਹੁੰਦੇ ਹੋ, ਪੀਰਾ ਪੈਗੰਬਰ ਨੂੰ ਦੇਣਾ ਚਾਹੁੰਦੇ ਹੋ, ਦੇਵੀ ਦੇਵਤਾ ਨੂੰ ਕੁਝ ਦੇਣਾ ਚਾਹੁੰਦੇ ਹੋ, ਤਾਂ ਆਪਣਾ ਆਪ ਨੂੰ ਸਮਰਪਣ ਕਰ ਦਿਓ। ਤਨ ਮਨ ਧਨ ਸਭ ਕੁਝ ਪ੍ਰਭੂ ਨੂੰ ਸਮਰਪਣ ਕਰ ਦਿਓ। ਠੀਕ ਹੈ ਨਾ। ਫਿਰ ਤੁਹਾਡੀ ਗੱਲ ਬਣੂਗੀ। ਫਿਰ ਰੋਜ਼ ਅਭਿਆਸ ਕਰੋ, ਬਿਨਾਂ ਸਵਾਰਥ ਦੇ, ਬਿਨਾਂ ਸਵਾਲਾਂ ਦੇ, ਬਿਨਾਂ ਜ਼ਰੂਰਤਾਂ ਦੇ। ਉਹਨਾਂ ਪਿਆਰ ਕਰੋ, ਉਹਦੀ ਸਿਮਰਨ ਕਰੋ, ਰੋਜ਼ ਬੰਦਗੀ ਕਰੋ। ਫਿਰ ਤੁਹਾਡੀ ਗੱਲ ਬਣੂਗੀ। ਜੇ ਤੁਸੀਂ ਆਪਣੇ ਕੰਮਕਾਜ ਚਲਾਉਣ ਵਾਸਤੇ ਭਗਤੀ ਕਰਦੇ ਹੋ ਤਾਂ ਫੇਲ ਹੋ। ਜੇ ਆਪਣੇ ਦੁੱਖ ਦੂਰ ਕਰਨ ਵਾਸਤੇ ਕਰਦੇ ਹੋ ਕਿ ਬਿਮਾਰੀਆਂ ਤੋਂ ਬਚਾ ਹੋ ਜਾਊਗਾ ਤਾਂ ਸਿਮਰਨ ਕਰਾਂਗੇ, ਤਾਂ ਵੀ ਤੁਸੀਂ ਫੇਲ ਹੋ। ਕਾਰੋਬਾਰ ਲਈ ਕਰਦੇ ਹੋ ਤਾਂ ਵੀ ਤੁਸੀਂ ਫੇਲ ਹੋ। ਮੁੰਡੇ ਕੁੜੀਆਂ ਲੈਣ ਵਾਸਤੇ ਕਰਦੇ ਹੋ ਤਾਂ ਵੀ ਤੁਸੀਂ ਫੇਲ ਹੋ। ਤੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਨ ਵਾਸਤੇ ਤੁਸੀਂ ਬੰਦਗੀ ਕਰਦੇ ਹੋ ਤਾਂ ਵੀ ਫੇਲ ਹੋ। ਸਿਰਫ ਪਰਮਾਤਮਾ ਦੀ ਭਗਤੀ, ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ, ਸਫਲ ਹੋਣਾ ਚਾਹੁੰਦੇ ਹੋ, ਤਾਂ ਪ੍ਰਭੂ ਨੂੰ ਸਿਰਫ ਪਾਉਣ ਵਾਸਤੇ ਭਗਤੀ ਕਰੋ, ਪ੍ਰਭੂ ਨਾਲ ਮਿਲਣ ਵਾਸਤੇ ਭਗਤੀ ਕਰੋ, ਪ੍ਰਭੂ ਨਾਲ ਗੱਲਾਂ ਕਰਨ ਵਾਸਤੇ ਭਗਤੀ ਕਰੋ, ਉਹਨੂੰ ਦੇਖਣ ਵਾਸਤੇ ਭਗਤੀ ਕਰੋ, ਉਹਦਾ ਅਨੁਭਵ ਕਰਨ ਵਾਸਤੇ ਭਗਤੀ ਕਰੋ। ਠੀਕ ਹੈ। ਸੰਸਾਰ ਦੀਆਂ ਚੀਜ਼ਾਂ ਵਾਸਤੇ ਭਗਤੀ ਨਹੀਂ ਕਰਨੀ, ਨਹੀਂ ਤਾਂ ਤੁਸੀਂ ਅੱਜ ਵੀ ਫੇਲ ਆ ਤੇ ਕੱਲ ਵੀ ਫੇਲ ਆ। ਲਿਖ ਕੇ ਲੈ ਲਓ ਇਹ। ਠੀਕ ਆ। ਉਹ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ, ਆਪਣੇ ਸਵਾਰਥ ਲਈ ਕਿਸੇ ਜੀਵ ਹੱਤਿਆ ਨਹੀਂ ਕਰਨੀ। ਠੀਕ ਹੈ ਨਾ। ਮੁੰਡੇ ਤੁਹਾਨੂੰ ਚਾਹੀਦੇ ਆ, ਕੁੜੀਆਂ ਤੁਹਾਨੂੰ ਚਾਹੀਦੀਆਂ, ਪੈਸਾ ਤੁਹਾਨੂੰ ਚਾਹੀਦਾ, ਕਾਰੋਬਾਰ ਚਲਾਣੇ ਤੁਸੀਂ ਆਪਣੇ ਆ। ਠੀਕ ਹੈ ਨਾ। ਵਿਆਹ ਸ਼ਾਦੀ ਤੁਸੀਂ ਆਪਣੇ ਕਰਨੀ ਆ। ਐਵੇਂ ਜੀਵ ਜੰਤੂ ਦੀ ਬਲੀ ਨਾ ਦਿਓ। ਠੀਕ ਹੈ ਨਾ। ਕਈ ਚੇਲੇ ਅੱਜ ਕੱਲ੍ਹ ਬੈਠੇ ਆ, ਹਾਂ ਜੀ ਕੰਮ ਨਹੀਂ ਚੱਲਦਾ ਜੀ, ਮੇਰਾ ਕੰਮ ਕਿਸੇ ਬੰਨ ਦਿੱਤਾ। ਅੱਛਾ, ਕੁੱਕੜ ਲਿਆ, ਕੁੱਕੜ ਦੀ ਬਲੀ ਠਾ ਦੇਤੀ। ਦੱਸੋ ਕੁੱਕੜ ਦਾ ਕੀ ਕਸੂਰ ਆ? ਕੁੱਕੜ ਨੇ ਤੁਹਾਡਾ ਕੀ ਵਿਗਾੜਿਆ ਹੈ? ਤੇ ਇਸ ਕਰਕੇ ਇਹੋ ਜਿਹੇ ਕੰਮਾਂ 'ਚ ਨਹੀਂ ਕਿਸੇ ਨੇ ਪੈਣਾ। ਇਹ ਬਹੁਤ ਗਲਤ ਆ। ਇਸ ਦਲਦਲ ਦੇ ਵਿੱਚ ਜਿਹੜਾ ਬੰਦਾ ਫਸ ਗਿਆ, ਉਦੋਂ ਨਿਕਲਣਾ ਬੜਾ ਮੁਸ਼ਕਲ ਆ। ਠੀਕ ਹੈ। ਇਹ ਦੁੱਖਾਂ ਦਾ ਘਰ ਹੈਗਾ। ਜਿਹੜੇ ਵੀ ਇਸ ਲਾਈਨ ਦੇ ਵਿੱਚ ਨੇ ਉਹ 99% ਦੁਖੀ ਨੇ। ਪੈਸੇ ਦੀ ਖਾਤਰ ਉਹ ਇਹੋ ਜਿਹੇ ਗਲਤ ਕੰਮ ਕਰੀ ਜਾ ਰਹੇ ਆ। ਇਹਦਾ ਭੁਗਤਾਨ ਵੀ ਉਹਨੂੰ ਹੀ ਕਰਨਾ ਪੈਣਾ। ਠੀਕ ਹੈ। ਇਹ ਤੋਂ ਕੋਈ ਬਚ ਨਹੀਂ ਸਕਦਾ। ਠੀਕ ਹੈ। ਅਸੀਂ ਕਿਸੇ ਦੇ ਕਰਮ ਚੇਂਜ ਨਹੀਂ ਕਰ ਸਕਦੇ। ਇਹ ਪਰਮਾਤਮਾ ਚਾਹੇ ਕੁਝ ਕਰੇ, ਨਹੀਂ ਤਾਂ ਇਨਸਾਨ ਨੂੰ ਕਰਮਾਂ ਦਾ ਭੁਗਤਾਨ ਕਰਨਾ ਹੀ ਪੈਣਾ। ਐਡੇ ਵੱਡੇ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਆਏ, ਉਹਨਾਂ ਨੂੰ ਕਰਮਾਂ ਦਾ ਭੁਗਤਾਨ ਕਰਨਾ ਪਿਆ, ਤੁਹਾਨੂੰ ਵੀ ਭੁਗਤਾਨ ਕਰਨਾ ਹੀ ਪੈਣਾ। ਠੀਕ ਹੈ ਨਾ। ਤਾਂ ਹੀ ਤੁਹਾਡੀ ਗੱਲ ਬਣੀ। ਇਸ ਕਰਕੇ ਅੱਛੇ ਕਰਮ ਕਰੋ, ਅੱਛੇ ਤੁਹਾਨੂੰ ਅੱਛਾ ਫਲ ਮਿਲੇ। ਠੀਕ ਹੈ ਨਾ। ਕਿਸੇ ਜੀਵ ਹੱਤਿਆ ਨਹੀਂ ਕਰਨੀ, ਸਾਰਿਆਂ ਨਾਲ ਪ੍ਰੇਮ ਕਰਨਾ। ਠੀਕ ਹੈ। ਬੇਈਮਾਨੀ ਨਹੀਂ ਕਰਨੀ ਕਿਸੇ ਨਾਲ, ਔਰ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਨਾ, ਰੋਜ਼ ਬੰਦਗੀ ਕਰਨੀ। ਫਿਰ ਤੁਹਾਡੀ ਗੱਲ ਬਣਨੀ ਹੈ। ਠੀਕ ਹੈ ਨਾ। ਔਰ ਇਹ ਸਰੀਰ ਆ, ਇਹ ਹਰੀ ਦਾ ਮੰਦਰ ਆ, ਇਸ ਨੂੰ ਸਾਫ਼ ਸੁਥਰਾ ਰੱਖਣਾ, ਇਹਨੂੰ ਗੰਦਾ ਨਾ ਕਰੋ। ਇਹ ਬਾਰ-ਬਾਰ ਨਹੀਂ ਮਿਲਦਾ ਸਰੀਰ। ਠੀਕ ਹੈ ਨਾ। ਇਹਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੋ। ਬਾਹਰ ਅਸੀਂ ਮੰਦਰ, ਮਸਜਿਦ, ਗੁਰਦੁਆਰੇ ਬਣਾਉਂਦੇ ਆ, ਕਿੰਨੇ ਸੋਹਣੇ ਬਣਾਉਂਦੇ ਆ। ਠੀਕ ਹੈ ਨਾ। ਕੋਈ ਸਾਡਾ ਉੱਥੇ ਕੋਈ ਇੱਟ ਵੀ ਇੱਕ ਮਾਰਦਾ, ਜਾਂ ਇੱਟ ਵੀ ਗੁਰਦੁਆਰੇ, ਮੰਦਰ, ਮਸਜਿਦ ਇੱਟ ਵੀ ਤੋੜਦਾ ਨਾ, ਅਸੀਂ ਉਹਨੂੰ ਮਾਰਨ ਲਈ, ਅਸੀਂ ਉਹਨੂੰ ਗੰਦਾ ਕਰੀ ਜਾ ਰਹੇ ਹਾਂ। ਹੈ ਉਹਨੂੰ ਹੀ ਲੋਕਾਂ ਮਾਰੀ ਜਾ ਰਹੇ ਹਾਂ। ਠੀਕ ਹੈ ਨਾ। ਸਮਝਣ ਵਾਲੀ ਗੱਲ, ਅਸਲੀ ਹਰੀ ਦਾ ਮੰਦਰ ਇਹ ਆ। ਠੀਕ ਹੈ ਨਾ। ਉਹ ਪ੍ਰਮਾਤਮਾ ਨੂੰ ਕਿੰਨਾ ਦੁੱਖ ਹੋਵੇਗਾ। ਛੋਟੀ ਛੋਟੀ ਗੱਲਾਂ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਐਵੇਂ ਆਪਣੇ ਸਵਾਰਥ ਲਈ ਕਿਸੇ ਜੀਵ ਹੱਤਿਆ ਨਾ ਕਰੋ, ਔਰ ਆਪਣੇ ਜੀਵਨ ਦੇ ਮਕਸਦ ਨੂੰ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਫਿਰ ਤੁਹਾਡੀ ਗੱਲ ਬਣਨੀ ਆ। ਠੀਕ ਹੈ ਨਾ। ਗੁਰੂ ਨਾਲ ਪ੍ਰੇਮ ਕਰਦੇ ਹੋ, ਔਰ ਆਪਣੇ ਗੁਰੂ ਦਾ ਕਹਿਣਾ ਮੰਨਦੇ ਹੋ। ਠੀਕ ਹੈ। ਤੇ ਤੁਸੀਂ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ। ਠੀਕ ਹੈ। ਗੱਲਾਂ ਦਾ ਮਾਰਗ ਨਹੀਂ, ਇਹ ਕਰਨੀ ਦਾ ਮਾਰਗ ਆ। ਇਹ ਕਰਕੇ ਹੀ ਮਿਲਣਾ। ਠੀਕ ਹੈ ਨਾ। ਔਰ ਸੱਪ ਲੈ ਲਓ, ਹੈ ਨਾ। ਆਪਾਂ ਸੱਪ ਦੀ ਪੂਜਾ ਕਰਦੇ ਹਾਂ। ਠੀਕ ਹੈ ਨਾ। ਪੂਜਾ ਕਰਦੇ ਹਾਂ ਸੱਪ ਦੀ। ਜੇ ਸੱਪ ਸਾਹਮਣੇ ਆਵੇ ਅਸੀਂ ਉਹਨੂੰ ਮਾਰਦੇ ਹਾਂ। ਚੂਹੇ ਦੀ ਆਪਾਂ ਸੇਵਾ ਕਰਦੇ ਹਾਂ, ਗਣੇਸ਼ ਭਗਵਾਨ ਦਾ ਵਾਹਨ ਮੰਗਦੇ ਹਾਂ। ਠੀਕ ਹੈ ਨਾ। ਉਹਨੂੰ ਲੱਡੂ ਖਵਾਉਂਦੇ ਹਾਂ, ਭੋਗ ਲਵਾਉਂਦੇ ਹਾਂ। ਠੀਕ ਹੈ। ਜਦੋਂ ਘਰਾਂ 'ਚ ਆ ਜਾਵੇ ਅਸੀਂ ਉਹਨੂੰ ਮਾਰਦੇ ਹਾਂ। ਇਸਤਰੀ ਪੱਥਰ ਦੀ ਆ, ਹੈ ਨਾ। ਪੱਥਰ ਦੀ ਮੂਰਤ ਅਸੀਂ ਕਿੰਨੀ ਸੇਵਾ ਕਰਦੇ ਹਾਂ, ਦੇਵੀ ਵੀ ਮੰਗਦੇ ਹਾਂ, ਲక్ష్ਮੀ ਵੀ ਮੰਨਦੇ ਹਾਂ, ਹੈ ਨਾ। ਇਹੀ ਔਰਤ ਸਾਹਮਣੇ ਜਿੰਦਾ ਸਰੂਪ 'ਚ ਅਸੀਂ ਉਹਨੂੰ ਮਾਰਦੇ ਹਾਂ,
ਬਲਾਤਕਾਰ ਕਰਦੇ ਆ, ਹੈਨਾ, ਉਹਦਾ ਕਦਰ ਨਹੀਂ ਕਰਦੇ। ਇਹ ਕੀ ਸਿਸਟਮ ਆ? ਇਨਸਾਨ ਦੱਸਣਾ ਕੀ ਚਾਹੁੰਦਾ? ਇਨਸਾਨ ਦੁਨੀਆ ਨੂੰ ਸਮਝਾਉਣਾ ਕੀ ਚਾਹੁੰਦਾ? ਜਿੰਦੇ ਜੀ ਉਹਨਾਂ ਦੀ ਕਦਰ ਨਹੀਂ ਕਰਦਾ, ਮਰਿਆਂ ਦੀ ਧੂਫ ਬੱਤੀ ਕਰਦਾ, ਮਰਿਆਂ ਨੂੰ ਖੀਰ ਖਵਾ ਰਿਹਾ। ਜਿੰਦੇ ਦੀ ਉਹਦੀ ਪਿਆਸ ਨਹੀਂ ਮਿਟਾਈ, ਮਰਨ ਤੋਂ ਬਾਅਦ ਤੁਸੀਂ ਦਾਨ ਪੁੰਨ ਕਰਦੇ, ਲੰਗਰ ਲਾਣੇ ਪਿਓ। ਆਪਣੇ ਜਿੰਦੇ ਜੀ ਆਪਣੇ ਮਾਂ-ਬਾਪ ਦੀ ਸੇਵਾ ਕਰੋ, ਆਪਣੇ ਬਜ਼ੁਰਗਾਂ ਦੀ, ਵੱਡਿਆਂ ਦੀ ਜਿੰਦੇ ਦੀ ਸੇਵਾ ਕਰੋ। ਮਰਨ ਤੋਂ ਬਾਅਦ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ, ਦੁਨੀਆ ਨੂੰ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਆਪਣੇ ਆਪ ਧੋਖਾ ਦੇ ਰਹੇ ਹੋ। ਬਾਅਦ ਵਿੱਚ ਸ਼ਰਾਧ ਕਰੀ ਜਾ ਰਹੇ, ਕਦੇ ਕੁਛ ਕਰੀ ਜਾ ਰਹੇ। ਜਿੰਦੇ ਦੀ ਅਸੀਂ ਪੁੱਛਦੇ ਨਹੀਂ ਹੈਗੇ। ਜਿੰਦੇ ਜੀ ਆਪਣੇ ਮਾਂ-ਬਾਪ ਦੀ ਕਦਰ ਕਰੋ, ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਦੀ ਇੱਛਾਵਾਂ ਪੂਰੀਆਂ ਕਰੋ, ਉਹਨਾਂ ਦੀ ਜ਼ਰੂਰਤਾਂ ਨੂੰ ਪੂਰੀਆਂ ਕਰੋ। ਮਰਨ ਤੋਂ ਬਾਅਦ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਹੁਣ ਅਸੀਂ ਆਪਣੇ ਕਰੋਨਾ ਦੇ ਵਿੱਚ ਕਿੰਨੇ ਲੋਕਾਂ ਦੇ ਘਰ ਦੇ ਕਿੰਨੇ ਮੈਂਬਰ ਮਰੇ ਨੇ। ਕਿਸੇ ਦਾ ਪਿਓ ਮਰ ਗਿਆ, ਕਿਸੇ ਦੀ ਮਾਂ ਮਰ ਗਈ, ਕਿਸੇ ਦੀ ਘਰਵਾਲੀ ਮਰ ਗਈ, ਕਿਸੇ ਦੇ ਬੱਚੇ ਮਰ ਗਏ। ਲੋਕਾਂ ਨੇ ਸਹੀ ਤਰੀਕੇ ਸੰਸਕਾਰ ਵੀ ਨਹੀਂ ਕੀਤਾ, ਸ਼ਮਸ਼ਾਨ ਘਾਟ ਵੱਲ ਦੀ ਸੱਟ ਕੇ ਚਲੇ ਗਏ। ਦੱਸੋ ਕੀ ਉਹ ਤੁਹਾਡੇ ਪਿੱਤਰ ਦੋਸ਼ੀ ਬਣੋਗੇ? ਕਿੱਥੇ ਗਏ ਹਵਨ ਜਗ? ਕਿੱਥੇ ਗਏ ਮੰਤਰ ਤੁਹਾਡੇ? ਆਪਣੇ ਆਪ ਤੋਂ ਹੀ ਤੁਸੀਂ ਡਰਨ ਲੱਗ ਗਏ, ਆਪਣੇ ਪਰਿਵਾਰ ਤੋਂ ਹੀ ਤੁਸੀਂ ਡਰਨ ਲੱਗ ਗਏ। ਸਾਡੇ ਪਿੱਛੇ ਜੇ ਕਰੋਨਾ ਦੇ ਵਿੱਚ ਕਿਸੇ ਪਤੀ ਦੀ ਡੈਥ ਹੋ ਗਈ ਤਾਂ ਉਹਨਾਂ ਨੇ ਫੋਨ ਕੀਤਾ, ਆਪਣੇ ਪਤੀ ਦੀ ਲਾਸ਼ ਨੂੰ ਲੈ ਜਾਓ। ਕਹਿੰਦੇ ਨਹੀਂ ਨਹੀਂ, ਫੂਕ ਦਿਓ, ਇਹ ਤੋਂ ਬਾਹਰ ਹੀ ਫੂਕ ਦਿਓ। ਹੈਂ, ਇੱਕ ਦੀ ਪਿਓ ਦੀ ਡੈਥ ਹੋ ਗਈ ਤੇ ਉਹ ਕਹਿੰਦੇ ਆਪਣੇ ਪਿਓ ਦੀ ਲਾਸ਼ ਲੈ ਜਾਓ। ਨਾ ਜੀ ਨਾ, ਅਸੀਂ ਲੈਣੀ, ਬਾਰ-ਬਾਰ ਛੱਡ ਦਿਓ। ਕਰੋਨਾ ਤੋਂ ਡਰਦੇ, ਦੇਖੋ ਮੌਤ ਤੋਂ ਕਿੰਨਾ ਡਰਦੇ ਪਏ। ਮੌਤ ਤਾਂ ਜ਼ਿੰਦਗੀ ਦੀ ਸੱਚਾਈ ਆ। ਜੀਣਾ ਝੂਠਾ, ਮਰਨਾ ਸੱਚ ਆ। ਅੱਜ ਨਹੀਂ ਤੇ ਕੱਲ ਅਸੀਂ ਮਰਨਾ ਹੀ ਮਰਨਾ ਆ। ਇਹ ਅਸੀਂ ਇੱਥੇ ਮੁਸਾਫਿਰ ਆ, ਮੁਸਾਫਿਰ ਬਣ ਕੇ ਸਾਨੂੰ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ। ਇਹ ਧਨ ਦੌਲਤ ਇਕੱਠਾ ਕਰਨ ਵਾਸਤੇ ਨਹੀਂ, ਇਹ ਆਨੰਦ ਲਓ ਆਪਣਾ। ਇਹ ਤੁਹਾਡੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਣਾ, ਠੀਕ ਹੈ। ਇਹਨੂੰ ਇਕੱਠਾ ਕਰਕੇ ਆਪਣਾ ਸਮੇਂ ਖਰਾਬ ਨਾ ਕਰੋ। ਮਰਨ ਤੋਂ ਬਾਅਦ ਜਾਂ ਦੇ ਕੇ ਜਾਣਾ ਪੈਣਾ ਜਾਂ ਛੱਡ ਕੇ ਜਾਣੇ ਪੈਣੇ। ਦੋ ਹੀ ਕੰਮ ਹੋਣੇ, ਤੀਜਾ ਕੰਮ ਨਹੀਂ ਕੋਈ ਹੋਣਾ। ਇੰਨੀ ਧਨ ਦੌਲਤ ਜਾਂ ਤਾਂ ਕਿਸੇ ਨੂੰ ਦੇ ਕੇ ਜਾਣਾ ਪੈਣਾ ਜਾਂ ਐਵੇਂ ਛੱਡ ਕੇ ਜਾਣਾ ਪੈਣਾ, ਠੀਕ ਹੈ। ਇਸ ਕਰਕੇ ਜੋ ਚੀਜ਼ਾਂ ਪ੍ਰਮਾਤਮਾ ਨੇ ਸ੍ਰਿਸ਼ਟੀ ਵਿੱਚ ਬਣਾਈਆਂ, ਇਹਦਾ ਆਨੰਦ ਲਵੋ। ਆਨੰਦ ਲੈ ਕੇ ਨਾਲ ਨਾਲ ਆਪਣਾ ਜੀਵਨ ਦਾ ਜਿਹੜਾ ਅਸਲੀ ਮਕਸਦ ਆ ਉਹ ਵੀ ਪੂਰਾ ਕਰੋ ਆਪਣਾ, ਠੀਕ ਹੈ। ਰੋਜ਼ ਸਿਮਰਨ ਕਰਨਾ, ਰੋਜ਼ ਬੰਦਗੀ ਕਰਨੀ, ਰੋਜ਼ ਭਗਤੀ ਕਰਨੀ ਹੈ। ਪਹਿਲਾ ਕੰਮ ਇਹ ਨਿਯਮ ਬਣਾਓ ਆਪਣਾ, ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ, ਠੀਕ ਹੈ ਨਾ। ਫਿਰ ਤੁਹਾਡੀ ਗੱਲ ਬਣਨੀ ਆ। ਇਹ ਸੱਚ ਕੋੜਾ ਜ਼ਰੂਰ ਆ, ਠੀਕ ਹੈ ਨਾ। ਉਹ ਸੱਚ ਦਾ ਮੁੱਲ ਹੈਗਾ, ਇਹਦੀ ਕੀਮਤ ਆ। ਜਿਨ੍ਹਾਂ ਨੇ ਸੱਚ ਬੋਲਿਆ ਉਹ ਸੂਲੀ ਤੇ ਚੜ੍ਹ ਗਏ। ਆਪਾਂ ਇਤਿਹਾਸ ਪੜ੍ਹਦੇ ਪਏ ਨਾ ਸੰਤਾਂ ਮਹਾਂਪੁਰਸ਼ਾਂ ਦਾ, ਜਿਨ੍ਹਾਂ ਨੇ ਸੱਚ ਬੋਲਿਆ, ਲੋਕਾਂ ਨੇ ਤਸੀਹੇ ਦਿੱਤੇ, ਇੰਨੀਆਂ ਗਾਲਾਂ ਕੱਢੀਆਂ ਉਹਨਾਂ ਨੂੰ, ਇਹਨਾਂ ਬੁਰਾ ਭਲਾ ਕਿਹਾ, ਸੂਲੀ ਤੇ ਚਾੜਤਾ, ਠੀਕ ਆ। ਮਨਸੂਰ ਨੇ ਸੱਚ ਬੋਲੇ, ਸੂਲੀ ਤੇ ਚਾੜ ਦਿੱਤਾ। ਹੋਰ ਇੰਨੇ ਸੰਤਾਂ ਮਹਾਂਪੁਰਸ਼ਾਂ ਨਾਲ ਇਹ ਹੁੰਦਾ ਹੀ ਰਹਿਣਾ। ਜਦ ਤੱਕ ਸ੍ਰਿਸ਼ਟੀ ਹੈ, ਧਰਤੀ ਹੈ, ਸੰਤਾਂ ਮਹਾਂਪੁਰਸ਼ਾਂ ਨਾਲ, ਫਕੀਰਾਂ ਨਾਲ ਇਹ ਹੁੰਦਾ ਹੀ ਰਹਿਣਾ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਪਰ ਸੱਚ ਬੋਲਣ ਤੋਂ ਸੰਤਾਂ ਮਾ ਹਟਣਾ ਨਹੀਂ ਹੈਗੇ, ਠੀਕ ਹੈ। ਸੰਤਾਂ ਮਾ ਫਕੀਰਾਂ ਸੱਚ ਬੋਲਣਾ ਹੀ ਬੋਲਣਾ। ਸੱਚ ਕੋੜਾ ਆ। ਦਵਾਈ ਕੋੜੀ ਹੋਵੇ ਤੇ ਕਹਿੰਦੇ ਵਧੀਆ ਹੁੰਦੀ ਆ, ਉਹ ਸਿਹਤ ਲਈ ਠੀਕ ਹੁੰਦੀ ਆ, ਠੀਕ ਨਾ। ਸੱਚ ਕੋੜਾ, ਇਹਨੂੰ ਕੋਈ ਖਰੀਦਦਾ ਆ। ਝੂਠ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਇਸ ਕਰਕੇ ਸਾਰੇ ਇਕੱਠਾ ਕਰ ਲਓ। ਝੂਠ ਨੂੰ ਸਾਰੇ ਖਰੀਦਦੇ ਆ, ਸੱਚ ਨੂੰ ਕੋਈ ਨਹੀਂ ਖਰੀਦਦਾ। ਬੁੱਲੇ ਸ਼ਾਹ ਨਹੀਂ ਕਹਿੰਦਾ ਸੀ, ਹਨਾ, ਸੱਚ ਕਹਾਂ ਤਾਂ ਭਾਂਬੜ ਮਚਦਾ ਹੈ, ਝੂਠ ਕਹਾਂ ਦਾ ਕੁਝ ਬਚਦਾ ਹੈ, ਹਨਾ। ਤੇ ਇਹ ਸੱਚੀਆਂ ਗੱਲਾਂ ਆ, ਠੀਕ ਹੈ। ਇਹ ਕੋੜੀਆਂ ਜ਼ਰੂਰ ਲੱਗਣਗੀਆਂ ਤੁਹਾਨੂੰ, ਪਰ ਤੁਹਾਡੇ ਕੰਮ ਦੀਆਂ ਗੱਲਾਂ ਨੇ। ਇਹਨੂੰ ਆਪਣੇ ਪੱਲੇ ਬੰਨ੍ਹ ਲਿਓ, ਠੀਕ ਹੈ ਨਾ। ਤੁਹਾਡੀ ਗੱਲ ਬਣ ਜਾਏਗੀ, ਠੀਕ ਹੈ। ਆਪਣੇ ਜੀਵਨ ਨੂੰ, ਮਕਸਦ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ, ਠੀਕ ਹੈ। ਸਾਰਿਆਂ ਨਾਲ ਪ੍ਰੇਮ ਕਰਨਾ ਔਰ ਇੱਕ ਦੂਜੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨੀ ਆ। ਜ਼ਰੂਰਤ ਤੋਂ ਜ਼ਿਆਦਾ ਧਨ ਹੋ ਗਿਆ ਤਾਂ ਉਹਨੂੰ ਕਿਤੇ ਨਾ ਕਿਤੇ ਲੇਖੇ ਲਾਉਣ ਦੀ ਕੋਸ਼ਿਸ਼ ਕਰੋ, ਕਿਸੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ, ਕਿ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਉਹਨੂੰ ਬੈਂਕਾਂ 'ਚ ਭਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਉਹ ਬੈਂਕਾਂ 'ਚ ਹੀ ਪਿਆ ਰਹਿਣਾ। ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ। ਤਾਂ ਹੀ ਉਹ ਗੱਲ ਬਣਨੀ ਆ। ਆਪਣੇ ਆਪ ਦੀ ਪਹਿਚਾਨ ਕਰੋ, ਠੀਕ ਹੈ। ਇੱਕ ਦੂਜੀ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ, ਜਿੰਨੀ ਹੋ ਸਕੇ ਇੱਕ ਦੂਜੀ ਦੀ ਹੈਲਪ ਕਰਾਇਆ ਕਰੋ, ਠੀਕ ਹੈ ਨਾ। ਪੈਸਾ ਦੇਣ ਦੀ ਲੋੜ ਨਹੀਂ ਹੈਗੀ। ਆਪਣੇ ਹੱਥੀਂ ਆਪਣੇ ਕੰਮ ਦਾਨ ਪੁੰਨ ਕਰਿਆ ਕਰੋ, ਠੀਕ ਹੈ। ਰੋਟੀ ਖਵਾਤੀ, ਕਿਸੇ ਨੂੰ ਪੈਸਾ ਦਿੱਤਾ, ਕੱਪੜਾ ਦੇਤਾ, ਸਕੂਲਾਂ ਦੀ ਫੀਸ ਦੇਤੀ, ਹੈ ਨਾ। ਕਿਸੇ ਦਵਾਈ ਦਵਾਤੀ ਕਿਸੇ ਨੂੰ, ਹੈ ਨਾ। ਇਹ ਛੋਟੇ ਇਹ ਕੰਮ ਆਪਣੇ ਕਰਦੇ ਰਿਹਾ ਕਰੋ, ਠੀਕ ਹੈ। ਪਰ ਇਹਦੇ ਨਾਲ ਪਰਮਾਤਮਾ ਮਿਲਣ ਵਾਲਾ ਨਹੀਂ ਆ। ਪਰਮਾਤਮਾ ਮਿਲੇਗਾ ਭਗਤੀ ਕਰਨ ਵਾਸਤੇ। ਹੀਰੇ ਦਾਨ ਕਰ ਲਓ, ਸੋਨਾ ਦਾਨ ਕਰ ਲਓ, ਚਾਂਦੀ ਦਾਨ ਕਰ ਲਓ, ਜਿੰਨਾ ਮਰਜ਼ੀ ਧਨ ਦਾਨ ਕਰ ਲਓ। ਇਹਦੇ ਨਾਲ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਪਰਮਾਤਮਾ ਮਿਲਣਾ ਭਗਤੀ ਕਰਕੇ, ਨਾਮ ਸਿਮਰਨ ਦੀ ਕਮਾਈ ਕਰਕੇ, ਠੀਕ ਹੈ। ਉਹ ਕਰਨੀ ਹੀ ਪੈਣੀ ਹੈ, ਠੀਕ ਹੈ। ਦਾਨ ਪੁੰਨ ਕਰੋਗੇ,
ਭਗਤੀ ਨਹੀਂ ਕਰਦੇ ਤੁਸੀਂ, ਅਗਰ ਭਗਤੀ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਜਨਮ ਦੁਬਾਰਾ ਨਹੀਂ ਮਿਲਣਾ, ਤੁਹਾਨੂੰ 84 ਲੱਖ ਜੋਨੀਆਂ ਵਿੱਚ ਜਾਣਾ ਪੈਣਾ, ਕੁੱਤੇ ਬਿੱਲੇ ਬਣਨਾ ਪੈਣਾ, ਜਾਨਵਰ ਬਣਨੇ ਪੈਣਾ। ਹਾਂ ਤੁਸੀਂ ਅੱਛੇ ਕਰਮ ਕੀਤੇ ਆ, ਦਾਨ ਪੁੰਨ ਕਰਦੇ ਰਹੇ, ਤੁਸੀਂ ਮਰਨ ਤੋਂ ਬਾਅਦ ਤੁਹਾਨੂੰ ਅੱਛੇ ਘਰ ਵਿੱਚ ਪਸ਼ੂ ਦੀ ਜੁਨੀ ਮਿਲ ਜਾਣੀ ਆ ਜਾਂ ਕੁੱਤਿਆਂ ਦੀ ਜੁਨੀ ਮਿਲ ਜਾਣੀ। ਠੀਕ ਹੈ, ਇੱਕ ਲੋਕ ਮਹੱਲਿਆਂ 'ਚ ਕੁੱਤੇ ਘੁੰਮਦੇ ਪਏ, ਆਪਣੀ ਗਲੀਆਂ 'ਚ ਕੁੱਤੇ ਘੁੰਮਦੇ ਆ, ਇੱਕ ਆਪਣੇ ਘਰਾਂ 'ਚ ਕੁੱਤੇ ਰੱਖੇ ਹੁੰਦੇ ਆ। ਠੀਕ ਹੈ ਨਾ, ਹੈ ਤਾਂ ਕੁੱਤੇ ਹੀ ਆ, ਫਰਕ ਕੀ ਹੋ ਗਿਆ? ਠੀਕ ਹੈ, ਉਹ ਕੁੱਤੇ ਨੇ ਅੱਛੇ ਕਰਮ ਕੀਤੇ ਆ, ਦਾਨ ਪੁੰਨ ਕੀਤਾ ਆ, ਹਨਾ, ਉਹ ਲੋਕਾਂ ਦਾ ਭਲਾ ਕੀਤਾ, ਉਹਨੂੰ ਘਰ ਵਿੱਚ ਜਗ੍ਹਾ ਮਿਲ ਗਈ, ਟਾਈਮ ਸਿਰ ਰੋਟੀ ਮਿਲਦੀ ਆ, ਨਵਾਉਂਦੇ ਧਵਾਉਂਦੇ, ਕਿੱਦਾਂ ਸ਼ੈਂਪੂ ਨਾਲ ਅਸੀਂ ਕੁੱਤਿਆਂ ਨੂੰ ਨਵਾਉਂਦੇ ਆ। ਠੀਕ ਹੈ, ਉਹਨਾਂ ਨੇ ਅੱਛੇ ਕਰਮ ਕੀਤੇ ਆ, ਉਹਨੂੰ ਅੱਛਾ ਫਲ ਮਿਲਦਾ ਪਿਆ, ਪਰ ਇਨਸਾਨੀ ਜਾਮਾ ਨਹੀਂ ਮਿਲਿਆ, ਇਹ ਸਰੀਰ ਨਹੀਂ ਮਿਲਿਆ, ਉਹਨਾਂ ਨੂੰ ਕਿੱਥੇ ਜਾਣਾ ਪਿਆ? ਕੁੱਤੇ ਦੀ ਜੁਨੀ ਵਿੱਚ ਜਾਣਾ ਪੈ ਗਿਆ। ਇੱਕ ਉਹ ਕੁੱਤੇ ਰੋਡ ਤੇ ਘੁੰਮਦੇ ਆ, ਉਹਨਾਂ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਦਾਨ ਪੁੰਨ ਨਹੀਂ ਕੀਤਾ, ਉਹਨਾਂ ਨੂੰ ਉਹ ਪੈ ਗਿਆ। ਇੱਕ ਘੋੜੇ ਉਹ ਆ ਜਿਹੜੇ ਸਵੇਰ ਤੋਂ ਸ਼ਾਮ ਤੱਕ ਮਾਲ ਲੱਦਦੇ ਆ, ਬੋਝ ਢੋਂਦੇ ਆ, ਭਾਰ ਇਹਨਾਂ ਢੋਂਦੇ ਆ। ਇੱਕ ਘੋੜੇ ਉਹ ਆ ਜਿਹੜੇ ਰਾਜੇ ਮਹਾਰਾਜਾ ਨੇ ਰੱਖੇ ਆ, ਹਨਾ, ਉਹ ਕਿੰਨੀ ਸੇਵਾ ਕਰਦੇ ਆ, ਟਾਈਮ ਸੇ ਕਿੰਨੀ ਖੁਰਾਕ ਦਿੰਦੀ, 2-2 ਲੱਖ ਰੁਪਏ ਮਹੀਨੇ ਦਾ ਖਰਚਾ ਉਹਨਾਂ ਦਾ। ਠੀਕ ਹੈ ਨਾ, ਉਹਨਾਂ ਨੂੰ ਪਰ ਇਹ ਸਰੀਰ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਦਾਨ ਪੁੰਨ ਕੀਤਾ ਤਾਂ ਉਹਨੂੰ ਉਹ ਜੁਨੀ ਵਿੱਚ ਜਾਣਾ ਪਿਆ, ਉਹਦੇ ਖਿਆਲ ਮਿਲ ਗਿਆ। ਜਿੰਨਾ ਦਾਨ ਪੁੰਨ ਕੀਤਾ ਉਹਨੂੰ ਉੱਥੇ ਉਹ ਖਾਣਾ ਮਿਲਦਾ ਰਹਿਣਾ। ਠੀਕ ਹੈ, ਘੋੜੇ ਉਹ ਵੀ ਆ ਜਿਹੜੇ ਰੋਡ ਤੇ ਘੁੰਮਦੇ ਆ, ਘੋੜੇ ਉਹ ਵੀ ਜਿਹੜੇ ਮਹਿਲਾਂ ਵਿੱਚ ਰਹਿੰਦੇ ਨੇ, ਕੁੱਤੇ ਉਹ ਵੀ ਜਿਹੜੇ ਗਲੀਆਂ 'ਚ ਘੁੰਮਦੇ ਆ, ਕੁੱਤੇ ਉਹ ਵੀ ਜਿਹੜੇ ਕੋਠੀਆਂ ਕਾਰਾਂ 'ਚ ਰਹਿੰਦੇ ਆ। ਠੀਕ ਹੈ ਨਾ, ਇਹ ਦਾਨ ਪੁੰਨ ਕਰਨ ਦਾ ਨਤੀਜਾ। ਭਗਤੀ ਕਰੋਗੇ, ਨਾਮ ਜਪੋਗੇ ਤਾਂ ਪਰਮਾਤਮਾ ਮਿਲ ਜਾਏਗਾ। ਉਹ ਮਾਲਕ ਨੇ ਚਾਹਿਆ, ਗੁਰੂ ਨੇ ਚਾਹਿਆ ਤੇ ਸਰੀਰ ਦੁਬਾਰਾ ਮਿਲ ਜਾਏਗਾ। ਠੀਕ ਹੈ, ਜੇ ਅਸੀਂ ਭਗਤੀ ਨਹੀਂ ਕੀਤੀ ਤਾਂ ਸਾਨੂੰ 84 ਲੱਖ ਜੋਨੀਆਂ ਭੁਗਤੀਆਂ ਪੈਣੀਆਂ, ਕੁੱਤੇ ਬਿੱਲੇ ਜਾਨਵਰ ਕੀੜੇ ਮਕੌੜੇ ਬਣਨਾ ਹੀ ਪੈਣਾ। ਇਹ ਗੱਲ ਨੂੰ ਹਮੇਸ਼ਾ ਯਾਦ ਰੱਖੋ, ਸੱਚੀਆਂ ਗੱਲਾਂ ਆ, ਤੁਹਾਡੇ ਕੰਮ ਦੀਆਂ ਗੱਲਾਂ। ਠੀਕ ਆ, ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਨੂੰ ਪਹਿਚਾਨ। ਇਹ ਜੀਵਨ ਹਰੀ ਸਰੀਰ ਆ, ਇਹਦੀ ਬਹੁਤ ਬੜਾ ਕੀਮਤੀ ਸਰੀਰ ਆ, ਇਹਨੂੰ ਵਿਅਰਥ ਨਾ ਗਵਾਓ। ਠੀਕ ਹੈ, ਇਹਨੂੰ ਸਾਫ ਸੁਥਰਾ ਰੱਖੋ। ਠੀਕ ਹੈ ਨਾ, ਆਪ ਜੀ ਜੋ ਗੱਲ ਬਣੇਗੀ। ਦਾਸ ਦੇ ਕੋਲ ਕੋਈ ਬੋਲਣ ਵਿੱਚ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰਨਾ। ਜੇ ਅੱਛੀਆਂ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਪੱਲੇ ਬੰਨ ਲੈਣਾ, ਤੁਹਾਡੀ ਕਿਤੇ ਨਾ ਕਿਤੇ ਗੱਲ ਜ਼ਰੂਰ ਬਣ ਜਾਏਗੀ। ਠੀਕ ਹੈ, ਭਜਨ ਸਿਮਰਨ ਕਰਨਾ ਪੈਣਾ, ਬੰਦਗੀ ਕਰਨੀ ਪੈਣੀ। ਠੀਕ ਹੈ, ਆਪਣੇ ਜੀਵ ਦੇ ਸਵਾਲ ਹੀ ਜੀਵ ਹੱਤਿਆ ਨਾ ਕਰੋ। ਬਾਰ-ਬਾਰ ਉਹੀ ਗੱਲ ਆ ਰਹੀ ਆ, ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰਕੇ ਹੀ ਛੁਟਕਾਰਾ। ਠੀਕ ਹੈ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ।